ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਸਿਹਤ ਨਾਲ ਸੰਬੰਧਿਤ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ। ਅੱਜ ਵੀ ਇੱਕ ਖਾਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਲੇ ਹਾਂ ਔਰ ਜਿਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਉਹ ਵਿਸ਼ਾ ਜ਼ਿਆਦਾਤਰ ਲੋਕੀ ਜਿਹੜੇ ਨੇ ਉਹ ਨਿਗਲੈਕਟ ਕਰਦੇ ਨੇ, ਉਸ ਦੇ ਵੱਲ ਧਿਆਨ ਹੀ ਨਹੀਂ ਜਾਂਦਾ। ਅਸੀਂ ਆਪਣੇ ਸਰੀਰਕ ਸਿਹਤ ਦੇ ਵੱਲ ਤਾਂ ਬਹੁਤ ਧਿਆਨ ਦੇ ਲੈਂਦੇ ਹਾਂ, ਅਸੀਂ ਉਸ ਦੇ ਲਈ ਟ੍ਰੀਟਮੈਂਟਸ ਵੀ ਕਰਵਾ ਲੈਂਦੇ ਹਾਂ, ਪਰ ਅਸੀਂ ਆਪਣੇ ਮਾਨਸਿਕ ਸਿਹਤ ਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਕਈ ਥਾਵਾਂ ਦੇ ਉੱਤੇ ਔਰ ਖਾਸ ਕਰ ਮੈਂ ਗੱਲ ਕਰਾਂ ਜੇ ਇੰਡੀਆ ਦੀ ਜਾਂ ਪੰਜਾਬ ਦੀ ਮੈਂ ਗੱਲ ਕਰਦਾ, ਸੋ ਇੱਥੇ ਤਾਂ ਮਾਨਸਿਕ ਰੋਗ ਨੂੰ ਹਜੇ ਤੱਕ ਕੋਈ ਮਾਨਸਿਕ ਰੋਗ ਸਮਝਦਾ ਨਹੀਂ ਹੈ। ਮਾਨਸਿਕ ਰੋਗ ਜਾਂ ਮਾਨਸਿਕ ਪਰੇਸ਼ਾਨੀ ਜਦੋਂ ਆਣੀ ਸ਼ੁਰੂ ਹੁੰਦੀ ਹੈ, ਡਿਪਰੈਸ਼ਨ ਆਉਣਾ ਸ਼ੁਰੂ ਹੁੰਦਾ ਹੈ ਜਾਂ ਕਿਸੇ ਦੀ ਕੋਈ ਇੱਦਾਂ ਦੀ ਹਰਕਤ ਅਸੀਂ ਦੇਖਦੇ ਹਾਂ ਜੋ ਕਿ ਥੋੜ੍ਹੀ ਜਿਹੀ ਆਮ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ, ਤਾਂ ਇੱਕ ਸ਼ਬਦ ਉਸ ਦੇ ਲਈ ਵਰਤਿਆ ਜਾਂਦਾ ਹੈ, ਪਾਗਲਪਨ। ਪਰ ਪਾਗਲਪਨ ਬਹੁਤ ਅਲੱਗ ਚੀਜ਼ ਹੁੰਦੀ ਹੈ। ਡਿਪਰੈਸ਼ਨ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜ਼ਿਆਦਾ ਗੁੱਸਾ ਬਹੁਤ ਜ਼ਿਆਦਾ ਤੁਹਾਨੂੰ ਆ ਰਿਹਾ ਹੈ, ਤੁਸੀਂ ਬਹੁਤ ਜ਼ਿਆਦਾ ਨਿਰਾਸ਼ ਰਹਿਣ ਲੱਗ ਗਏ ਹੋ, ਤੁਹਾਨੂੰ ਕੁਝ ਵੀ ਅੱਛਾ ਨਹੀਂ ਲੱਗ ਰਿਹਾ, ਜਾਂ ਤੁਸੀਂ ਹਮੇਸ਼ਾ ਇਹ ਗੱਲ ਕਰਦੇ ਹੋ ਕਿ ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਉਹ ਮਜ਼ਾ ਨਹੀਂ ਆ ਰਿਹਾ ਜਾਂ ਦੁਨੀਆ ਬੜੀ ਬਦਲ ਗਈ ਹੈ। ਸੋ ਇਹ ਸਾਰੀ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਕਿ ਤੁਸੀਂ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋ ਜਾਂ ਫਿਰ ਤੁਹਾਨੂੰ ਮਾਨਸਿਕ ਤੌਰ ਦੇ ਉੱਤੇ ਉਨਾ ਚੰਗਾ ਮਹਿਸੂਸ ਨਹੀਂ ਕਰ ਰਹੇ ਹੋ ਜਿੰਨਾ ਕਰਨਾ ਚਾਹੀਦਾ। ਆਮ ਤੌਰ ਦੇ ਉੱਤੇ ਇੱਥੇ ਅਸੀਂ ਜਦੋਂ ਇਸ ਸਟੇਜਾਂ ਦੇ ਉੱਤੇ ਹੁੰਦੇ ਹਾਂ, ਇਸ ਨੂੰ ਕੋਈ ਵੀ ਬਿਮਾਰੀ ਜਾਂ ਫਿਰ ਇਸ ਨੂੰ ਕੋਈ ਪ੍ਰੋਬਲਮ ਨਹੀਂ ਸਮਝਦਾ। ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰੀਏ ਜਿਸ ਤੋਂ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਕੀ ਤੁਸੀਂ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂ ਨਹੀਂ ਹੋ, ਇਸ ਦੀ ਪਛਾਣ ਕਰ ਸਕੋ। ਤੇ ਉਸ ਦੇ ਨਾਲ ਨਾਲ ਡਿਪਰੈਸ਼ਨ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਆਯੁਰਵੈਦਿਕ ਇਲਾਜ ਦੇ ਨਾਲ ਦੂਰ ਹੋ ਸਕਦਾ ਹੈ, ਇਹਦਾ ਇਲਾਜ ਇੰਨਾ ਜ਼ਿਆਦਾ ਜ਼ਰੂਰੀ ਕਿਉਂ ਹੁੰਦਾ ਹੈ, ਕੀ ਇਹ ਇਲਾਜ ਔਰ ਕਾਉਂਸਲਿੰਗ ਦੇ ਨਾਲ ਬਿਲਕੁਲ ਠੀਕ ਹੋ ਪਾਉਂਦਾ, ਨਹੀਂ ਹੋ ਪਾਉਂਦਾ, ਇਹਦੀਆਂ ਸਟੇਜਸ ਕੀ ਹੁੰਦੀਆਂ, ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਤੁਹਾਨੂੰ ਦੱਸਣਾ ਚਾਹਾਂਗਾ ਇਸ ਗੱਲਬਾਤ ਨੂੰ ਡਿਸਕਸ ਕਰਨ ਦੇ ਲਈ ਸਾਡੇ ਨਾਲ ਜਿਹੜਾ ਵਰਮਾ ਦਵਾਖਾਨਾ ਜਿਹੜਾ ਫਗਵਾੜਾ ਦੇ ਵਿੱਚ ਪਿਛਲੇ 35 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ, ਉੱਥੋਂ ਡਾਕਟਰ ਲਲਿਤ ਵਰਮਾ ਸਾਡੇ ਨਾਲ ਹੋਣਗੇ ਜਿਨ੍ਹਾਂ ਨੂੰ ਇੱਕ ਲੰਬਾ ਤਜਰਬਾ ਹੈ। ਉਹਨਾਂ ਦੇ ਪਿਤਾ ਜੀ ਵੀ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਕਰਦੇ ਆਏ ਨੇ, ਸੋ ਹੁਣ ਉਹਨਾਂ ਨੇ ਵੀ ਇਹੀ ਬੀੜਾ ਚੁੱਕਿਆ ਔਰ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਉਸ ਟੌਪਿਕ ਤੇ ਗੱਲ ਕਰਨਗੇ ਜਿਹਦੇ ਉੱਤੇ ਕੋਈ ਗੱਲ ਨਹੀਂ ਕਰਦਾ। ਸੋ ਡਾਕਟਰ ਵਰਮਾ ਦਾ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਠੀਕ ਠਾਕ। ਸੋ ਅੱਜ ਜਿਸ ਵਿਸ਼ੇ ਦੇ ਉੱਤੇ ਡਾਕਟਰ ਸਾਹਿਬ ਆਪਾਂ ਗੱਲ ਕਰਨ ਲੱਗੇ ਹਾਂ, ਆਮ ਤੌਰ ਦੇ ਉੱਤੇ ਮੈਂ ਕਿਹਾ ਕਿ ਲੋਕੀ ਗੱਲ ਨਹੀਂ ਕਰਦੇ ਕਿਉਂਕਿ ਸ਼ਾਇਦ ਹਜੇ ਵੀ ਉਹ ਸਮਝ ਜਾਂ ਪਹਿਚਾਨ ਲੋਕਾਂ ਦੇ ਅੰਦਰ ਨਹੀਂ ਆਈ ਕਿ ਉਹ ਡਿਪਰੈਸ਼ਨ ਨੂੰ ਸਮਝ ਸਕਣ ਤੇ ਉਸ ਨੂੰ ਇੱਕ ਬਿਮਾਰੀ ਸਮਝ ਸਕਣ। ਸੋ ਡਿਪਰੈਸ਼ਨ ਹੁੰਦਾ ਕਿਵੇਂ ਹੈ ਜਾਂ ਕਹਿ ਲਓ ਕਿ ਇਹਦੀ ਪਹਿਚਾਨ ਕੀ ਹੁੰਦੀ ਹੈ? ਦੇਖੋ ਸਰ, ਡਿਪਰੈਸ਼ਨ ਇੱਕ ਕਾਮਨ ਜਿਹੀ ਮਾਨਸਿਕ ਇਲਨੈਸ ਆ ਜਿਹੜੇ ਕਿ ਬੰਦੇ ਦੇ ਬਿਹੇਵੀਅਰ ਤੇ ਸੋਚ ਤੇ ਬੰਦਾ ਜੋ ਐਕਟੀਵਿਟੀਜ਼ ਕਰਦਾ ਉਹਦੇ ਤੇ ਇਫੈਕਟ ਕਰਦਾ ਹੈ। ਬੰਦਾ ਇਹ ਡਿਪਰੈਸ਼ਨ ਇਦਾਂ ਦੀ ਚੀਜ਼ ਆ ਕਿ ਜੇ ਤੁਸੀਂ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ, ਤੁਹਾਡੇ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਆ, ਕੋਈ ਤਿਉਹਾਰ ਆ ਜਾਂ ਇੱਕ ਨਾਰਮਲ ਹੈਬਿਟ ਛੱਡ ਕੇ ਤੁਸੀਂ ਹਰ ਟਾਈਮ ਉਦਾਸ ਰਹਿੰਦੇ ਹੋ, ਤੁਹਾਡਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ, ਇਹ ਕਾਰਨ ਜਿਹੜੇ ਹੁੰਦੇ ਆ ਇਹ ਇੱਕ ਬੰਦੇ ਨੂੰ ਡਿਪਰੈਸ਼ਨ ਵੱਲ ਲੈ ਕੇ ਜਾਂਦੇ ਆ। ਮਤਲਬ ਪੇਸ਼ੈਂਟ ਕਦੀ ਵੀ ਖੁਸ਼ ਨਹੀਂ ਰਹਿੰਦਾ, ਪੇਸ਼ੈਂਟ ਹਰ ਟਾਈਮ ਉਦਾਸ ਰਹਿੰਦਾ ਆ, ਪੇਸ਼ੈਂਟ ਨੂੰ ਚਿੜਚਿੜਾਪਨ ਇੰਨਾ ਜ਼ਿਆਦਾ ਹੋ ਜਾਂਦਾ, ਉਹਨੂੰ ਕੋਈ ਵੀ ਚੰਗਾ ਨਹੀਂ ਲੱਗਦਾ, ਉਹ ਆਪਣੇ ਆਪ ਦੇ ਵਿੱਚ ਨੈਗੇਟਿਵਿਟੀ ਹੋਣ ਲੱਗ ਪੈਂਦੀ, ਮਤਲਬ ਨੈਗੇਟਿਵ ਸੋਚ ਰੱਖਦਾ ਆ, ਜੋ ਕੰਮ ਕਰਨ ਦੀ ਕੋਸ਼ਿਸ਼ ਕਰਦਾ ਉਹ ਵੀ ਨੈਗੇਟਿਵ ਹੋਣ ਲੱਗ ਜਾਂਦੀ ਆ, ਤੇ ਜਿਹੜੀ ਆਟੋਮੈਟਿਕਲੀ ਜਿਹੜੀ ਫੀਲਿੰਗਸ ਆਉਂਦੀ ਆ ਜਾਂ ਥਾਟਸ ਆਉਂਦੇ ਆ ਉਹ ਵੀ ਨੈਗੇਟਿਵ ਆ ਜਾਂਦੇ ਆ ਜੀ। ਇਹਦੇ ਚ ਮੈਂ ਸਭ ਤੋਂ ਪਹਿਲਾਂ 3 ਵਰਡਸ ਯੂਜ਼ ਕਰੂੰਗਾ, FAT। ਓਕੇ, ਫੈਟ ਕਹਿ ਦਿੰਦੇ ਉਦਾਂ ਆਪਾਂ ਇਹਨੂੰ, ਬਟ FAT ਦਾ ਮਤਲਬ ਕੀ ਹੁੰਦਾ ਕਿ ਫੀਲਿੰਗ, ਐਕਸ਼ਨ ਐਂਡ ਥਾਟਸ। ਓਕੇ, ਫੀਲਿੰਗ ਵੀ ਨੈਗੇਟਿਵ ਹੋਏਗੀ, ਥਾਟਸ ਵੀ ਨੈਗੇਟਿਵ ਹੋਏਗੇ, ਹੋਰ ਆਟੋਮੈਟਿਕਲੀ ਫੀਲਿੰਗ ਤੇ ਥਾਟਸ ਨੈਗੇਟਿਵ ਹੋਣ ਨਾਲ ਪੇਸ਼ੈਂਟਸ ਜੋ ਐਕਸ਼ਨ ਕਰੇਗਾ ਉਹ ਵੀ ਨੈਗੇਟਿਵ ਹੋ ਜਾਣਗੇ। ਸੋ ਮੈਂ ਤਾਂ ਇਹ ਲਿਖਣਾ ਚਾਹਾਂਗਾ ਔਰ ਮੇਰੇ ਖਿਆਲ ਨਾਲ ਮੈਂ ਦਰਸ਼ਕਾਂ ਨੂੰ ਵੀ ਇਹੀ ਸਲਾਹ ਦਊਂਗਾ ਕਿ ਤੁਸੀਂ ਲਿਖੋ ਜ਼ਰੂਰ ਤੇ ਇਹ ਸਮਝੋ ਉਸ ਨੂੰ, ਕਿਉਂਕਿ ਡਿਪਰੈਸ਼ਨ ਇੱਕ ਇੱਦਾਂ ਦੀ ਚੀਜ਼ ਹੈ ਜੋ ਕਿ ਤੁਹਾਡੇ ਮਾਈਂਡ ਤੋਂ ਵਰਕ ਕਰਦੀ ਹੈ। ਇਹ ਮਾਨਸਿਕ ਸਿਹਤ ਦੀ ਅਸੀਂ ਗੱਲ ਕਰ ਰਹੇ ਹਾਂ ਔਰ ਜਿੰਨਾ ਜ਼ਿਆਦਾ ਤੁਸੀਂ ਗਹਿਰਾਈ ਨਾਲ ਸਮਝ ਲੈਂਦੇ ਹੋ ਚੀਜ਼ਾਂ ਨੂੰ ਤਾਂ ਮੇਰੇ ਖਿਆਲ ਨਾਲ ਕਾਫੀ ਹੱਦ ਤੱਕ ਕੰਮ ਹੋ ਜਾਂਦਾ, ਡਿਪਰੈਸ਼ਨ ਤੋਂ ਤੁਸੀਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ। ਜਿਹੜੀ ਫੈਟ ਆ ਇਹ 3 ਚੀਜ਼ਾਂ ਆ, ਸਮਝੋ FAT, ਇਹ ਚੇਨ ਤੋੜਨੀ ਪੈਣੀ ਆ, ਚੇਨ ਤੋੜਨੀ ਪਏਗੀ ਜੀ। ਬੰਦਾ ਸਮਝੋ ਜਿਹੜੀ ਮਰਜ਼ੀ ਚੇਨ ਤੇ ਆ, ਚਾਹੇ ਟ੍ਰਾਇੰਗਲ ਸਮਝ ਲਓ ਚਾਹੇ ਇਹਨੂੰ ਚੇਨ ਸਮਝ ਲਓ, ਤੁਸੀਂ ਫੀਲਿੰਗ ਨੈਗੇਟਿਵ ਆ ਰਹੀ ਹੈ, ਥਾਟਸ ਨੈਗੇਟਿਵ ਆ ਰਹੇ ਆ, ਐਕਸ਼ਨ ਨੈਗੇਟਿਵ ਕਰ ਰਹੇ ਹੋ ਜੀ, ਬਟ ਤੁਸੀਂ ਇਹ ਸੋਚੋ ਕਿ ਨਕਾਰਾਤਮਕ ਸੋਚ, ਨੈਗੇਟਿਵਿਟੀ ਬੋਡੀ ਤੋਂ ਦੂਰ ਕਰਨੀ ਆ। ਓਕੇ, ਉਹਦੇ ਲਈ ਤੁਹਾਨੂੰ ਆਪਣੇ ਤੇ ਕੰਟਰੋਲ ਕਰਨਾ ਪਏਗਾ। ਇਹ ਫਸਟ ਸਟੇਜ ਆ ਜਦੋਂ ਤੁਸੀਂ ਡਿਪਰੈਸ਼ਨ ਨੂੰ ਆਪਣੇ ਆਪ ਠੀਕ ਕਰ ਸਕਦੇ ਹੋ, ਘਰ ਬੈਠੇ ਠੀਕ ਕਰ ਸਕਦੇ ਹੋ, ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ।
ਤੁਸੀਂ ਜਿਹੜੀ ਫੀਲਿੰਗ ਆ ਉਹਨੂੰ ਕੰਟਰੋਲ ਕਰੋ। ਜਦੋਂ ਤੁਹਾਨੂੰ ਕੋਈ ਨੈਗੇਟਿਵ ਸੋਚ ਆਉਂਦੀ ਆ ਉਹਨੂੰ ਕਿਸੇ ਨਾ ਕਿਸੇ ਨਾਲ ਸ਼ੇਅਰ ਕਰੋ। ਕੋਈ ਆਪਣਾ ਫਰੈਂਡ ਸਰਕਲ ਹੋ ਗਿਆ, ਮਾਂ ਪਿਓ ਹੋ ਗਏ, ਜਾਂ ਤੁਹਾਡਾ ਕੋਈ ਰਿਸ਼ਤੇ ਜਿੱਦਾਂ ਦਾ ਕੋਈ ਯਾਰ ਦੋਸਤ ਹੈਗਾ ਜਿੰਨਾ ਤੁਸੀਂ ਉਹ ਗੱਲ ਤੇ ਤੁਹਾਨੂੰ ਕੋਈ ਸਹੀ ਸਲਾਹ ਦੇ ਸਕਦਾ। ਕਹਿੰਦੇ ਦੋਸਤ 100 ਨਹੀਂ ਚਾਹੀਦੇ, ਦੋਸਤ ਇੱਕ ਚਾਹੀਦਾ ਜਿਹੜਾ ਤੁਹਾਡੀ ਗਲਤ ਨੂੰ ਗਲਤ ਕਵੇ, ਸਹੀ ਨੂੰ ਸਹੀ ਕਵੇ। ਜੇ ਤੁਸੀਂ ਉਹ ਨੈਗੇਟਿਵਿਟੀ ਉਹਦੇ ਨਾਲ ਸ਼ੇਅਰ ਕਰੋਗੇ ਉਹ ਤੁਹਾਨੂੰ ਦੱਸੇਗਾ ਕੀ ਸਹੀ ਹੈ ਕੀ ਗਲਤ ਆ। ਜੇ ਤੁਹਾਡੀ ਫੀਲਿੰਗ ਸਹੀ ਹੋ ਗਈ, ਇਹ ਇੱਕ ਕਾਉਂਸਲਿੰਗ ਦਾ ਬਹੁਤ ਵੱਡਾ ਪਾਰਟ ਆ ਜਿਹੜੀ ਮੈਂ ਇਹ ਗੱਲ ਕਰ ਰਿਹਾ। ਫੀਲਿੰਗ ਕੰਟਰੋਲ ਕਰ ਲਈ, ਥਾਟਸ ਕੰਟਰੋਲ ਕਰ ਲਏ, ਨੈਗੇਟਿਵ ਜਿਹੜੇ ਥਾਟਸ ਆਂਦੇ ਉਹ ਕੰਟਰੋਲ ਕਰ ਲਏ, ਆਟੋਮੈਟਿਕਲੀ ਪੇਸ਼ੈਂਟ ਦੇ ਥਾਟਸ ਤੋਂ ਫੀਲਿੰਗਸ ਤੋਂ ਬਾਅਦ ਥਾਟਸ ਜਿਹੜੇ ਉਹ ਸਹੀ ਹੋਣ ਲੱਗ ਪੂਗੇ, ਉਹਦੀ ਸੋਚ ਸਹੀ ਹੋਣ ਲੱਗ ਪਏਗੀ, ਫਿਰ ਉਹ ਐਕਸ਼ਨਸ ਦੇ ਵਿੱਚ ਵੀ ਦਿਖਣੀ ਸ਼ੁਰੂ ਫਿਰ ਉਹ ਐਕਸ਼ਨਸ ਦੇ ਵਿੱਚ ਦਿਖਣਾ ਸ਼ੁਰੂ ਹੋ ਜਾਏਗਾ। ਜਦੋਂ ਵੀ ਬੰਦਾ ਕੰਮ ਆਪਣਾ ਸਵੇਰੇ ਸਟਾਰਟ ਕਰਦਾ ਉਹ ਇੱਕ ਸੋਚ ਲੈ ਕੇ ਬਾਹਰ ਜਾਂਦਾ ਕਿ ਮੈਂ ਅੱਜ ਆਹ ਕਰਨਾ, ਰਾਈਟ, ਠੀਕ ਆ। ਇੱਕ ਥਾਟ ਹੁੰਦਾ ਉਹਦੇ ਮਨ ਦੇ ਵਿੱਚ ਸਵੇਰੇ ਉੱਠ ਕੇ ਕਿ ਮੈਂ ਅੱਜ ਆਹ ਅਚੀਵ ਕਰਨਾ। ਜੇ ਉਹ ਨੈਗੇਟਿਵ ਹੋਏਗੀ ਤੇ ਆਟੋਮੈਟਿਕਲੀ ਸਾਰਾ ਦਿਨ ਉਹਦਾ ਵੇਸਟ ਜਾਏਗਾ। ਆ ਤੁਹਾਡੀ ਗੱਲ ਸੁਣ ਕੇ ਕਿ ਇੱਕ ਥਾਟ ਹੁੰਦਾ ਇਨਸਾਨ ਦੇ ਮਨ ਦੇ ਵਿੱਚ ਜਦੋਂ ਘਰੋਂ ਬਾਹਰ ਨਿਕਲਦਾ ਹੈ, ਇਹ ਸੋਚ ਕੇ ਇਹ ਸੁਣ ਕੇ ਮੈਨੂੰ ਕਾਫੀ ਜ਼ਿਆਦਾ ਇਹ ਗੱਲ ਬਹੁਤ ਰੈਲੇਵੈਂਟ ਔਰ ਬਹੁਤ ਕਲੋਜ਼ ਲੱਗ ਰਹੀ ਹੈ। ਜੇ ਤੁਸੀਂ ਸ਼ੁਰੂ ਤੋਂ ਹੀ ਸਵੇਰ ਤੋਂ, ਆਪਾਂ ਆਮ ਤੌਰ ਦੇ ਉੱਤੇ ਸੁਣਦੇ ਹਾਂ, ਆਪਣੇ ਘਰ ਦੇ ਸਾਨੂੰ ਸਿਖਾਉਂਦੇ ਨੇ ਕਿ ਸਵੇਰੇ ਗੁਰਦੁਆਰਾ ਸਾਹਿਬ ਜਾਓ, ਹੈ ਨਾ, ਮੱਥਾ ਟੇਕੋ, ਆਪਣੇ ਦਿਨ ਦੇ ਲਈ ਅਰਦਾਸ ਕਰੋ ਤੇ ਉਸ ਤੋਂ ਬਾਅਦ ਅੱਗੇ। ਉਹ ਸ਼ਾਇਦ ਇਸੇ ਕਰਕੇ ਇਹ ਚੀਜ਼ ਕਿ ਇੱਕ ਪੋਜ਼ਿਟਿਵਿਟੀ ਤੁਸੀਂ ਆਪਣੇ ਅੰਦਰ, ਚਾਹੇ ਗੁਰਦੁਆਰਾ ਹੋ ਜਾਵੇ, ਚਾਹੇ ਮੰਦਿਰ ਹੋ ਜਾਵੇ ਜੀ, ਚਾਹੇ ਕੋਈ ਵੀ ਧਾਰਮਿਕ ਜਗ੍ਹਾ ਹੋ ਜਾਵੇ, ਉੱਥੇ ਜਾ ਕੇ ਅਸੀਂ ਪੋਜ਼ਿਟਿਵਿਟੀ ਇਕੱਠੀ ਕਰਦੇ ਹਾਂ। ਜਦੋਂ ਮੰਦਿਰ ਦੀ ਘੰਟੀ ਵੱਜਦੀ ਆ ਜਾਂ ਗੁਰਦੁਆਰੇ ਅਸੀਂ ਜਾਂਦੇ ਆ, ਉੱਥੇ ਜਿਹੜੀਆਂ ਵੇਵਸ ਹੁੰਦੀਆਂ ਉਹ ਪੋਜ਼ਿਟਿਵ ਵੇਵ ਸਾਡੇ ਅੰਦਰ ਆਉਂਦੀਆਂ, ਉਹ ਇੱਕ ਕੌਨਫੀਡੈਂਸ ਲੈਵਲ ਮੇਨਟੇਨ ਕਰਦੀਆਂ। ਰਾਈਟ, ਉਹ ਕੌਨਫੀਡੈਂਸ ਲੈਵਲ ਮੇਨਟੇਨ ਹੋਏਗਾ ਤੇ ਤੁਹਾਨੂੰ ਕਦੀ ਡਿਪਰੈਸ਼ਨ ਦੀ ਪ੍ਰੋਬਲਮ ਆਏਗੀ ਨਹੀਂ ਜੀ। ਜਦੋਂ ਤੁਸੀਂ ਵੱਧ ਕੌਨਫੀਡੈਂਸ ਨਾਲ ਕਿਸੇ ਦੇ ਅੱਗੇ ਜਾਓਗੇ, ਆਟੋਮੈਟਿਕਲੀ ਤੁਸੀਂ ਜਿਹੜਾ ਕੰਮ ਕਰਨ ਜਾਂਦੇ ਪਏ ਹੋ ਉਹ ਤੁਹਾਡਾ ਕੰਮ ਹੋਏਗਾ। ਅੱਛਾ, ਬਹੁਤ ਸਾਰੇ ਦਰਸ਼ਕ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਇਹ ਵੀ ਸੋਚ ਸਕਦੇ ਨੇ ਕਿ ਅਸੀਂ ਤੇ ਇੱਕ ਲਾਈਫਸਟਾਈਲ ਚੇਂਜਸ ਜਾਂ ਫਿਰ ਆਮ ਤੌਰ ਦੇ ਉੱਤੇ ਜਿਹੜੀਆਂ ਗੱਲਾਂ ਕਰ ਰਹੇ ਹਾਂ ਤੇ ਮੈਂ ਇੱਥੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਮੈਂਟਲ ਸਮੱਸਿਆਵਾਂ ਨੇ ਜਾਂ ਡਿਪਰੈਸ਼ਨ ਹੈਗਾ ਉਹ ਕਾਉਂਸਲਿੰਗ ਦੇ ਨਾਲ ਪਲੱਸ ਉਸ ਤੋਂ ਬਾਅਦ ਮੈਡੀਕੇਸ਼ਨ ਸਪੋਰਟ ਹੋ ਸਕਦੀ ਹੈ, ਬਟ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਥਾਟ ਪ੍ਰੋਸੈਸ ਨੂੰ ਚੇਂਜ ਕਰੋ। ਸੋ ਇਹੀ ਐਕਚੁਅਲ ਦੇ ਵਿੱਚ ਤੁਹਾਡਾ ਟ੍ਰੀਟਮੈਂਟ ਹੈ। ਸੋ ਇਹੀ ਟ੍ਰੀਟਮੈਂਟ ਹੈ, ਇਹਦੇ ਨਾਲ ਹੀ ਬਦਲਾਅ ਆਉਂਦਾ। ਡਿਪਰੈਸ਼ਨ ਦੇ ਰੀਜ਼ਨਸ ਦੀ ਗੱਲ ਕਰਾਂਗਾ ਮੈਂ ਇੱਥੇ। ਕਈ ਤਰ੍ਹਾਂ ਦੇ ਰੀਜ਼ਨਸ ਅਸੀਂ ਦੇਖਦੇ ਹਾਂ। ਲਾਈਫ ਸਟਾਈਲ ਕਾਫੀ ਚੇਂਜ ਹੋਇਆ ਜਿਸ ਦੇ ਨਾਲ ਅਸੀਂ ਐਡਵਾਂਸਮੈਂਟ ਜਿਸ ਨੂੰ ਅਸੀਂ ਕਹਿੰਦੇ ਹਾਂ ਉਸਨੇ ਸਾਡੇ ਲਈ ਮੁਸੀਬਤਾਂ ਵੀ ਖੜੀਆਂ ਕੀਤੀਆਂ ਨੇ, ਮੁਸ਼ਕਲਾਂ ਵੀ ਖੜੀਆਂ ਕੀਤੀਆਂ ਨੇ। ਚਾਹੇ ਫੋਨ ਦੀ ਗੱਲ ਕਰ ਲਈਏ, ਹੁਣ ਹਰ ਬੰਦਾ ਜਿਹੜਾ ਫੜਿਆ ਜਾਂਦਾ ਕਿਤੇ ਵੀ ਹੋਵੇ, ਫੋਨ ਕੀਤਾ ਸਿੱਧਾ ਉਹਨੂੰ ਕਾਲ ਲੱਗਣੀ ਹੈ। ਤੇ ਹਾਲਾਂਕਿ ਮੈਂ ਇਹ ਸੋਚਦਾ ਕਿ ਫੋਨ ਨੇ ਝੂਠ ਬੋਲਣਾ ਬਹੁਤ ਸਿਖਾਤਾ ਲੋਕਾਂ ਨੂੰ, ਠੀਕ ਹੈ। ਪਹਿਲਾਂ ਅਸੀਂ ਸੱਚ ਦੱਸਦੇ ਹੁੰਦੇ ਸੀਗੇ, ਪਰ ਹੁਣ ਜਿੱਦਾਂ ਹੀ ਕੋਈ ਫੋਨ ਕਰਦਾ ਹੁੰਦੇ ਕਿਤੇ ਹੋਰ ਹੈ, ਦੱਸਦੇ ਕਿਤੇ ਹੋਰ ਹੈ, ਤਾਂ ਇਹ ਚੀਜ਼ 'ਚ ਬੜਾ ਵਾਧਾ ਹੋਇਆ। ਸੋ ਇਸ ਦੇ ਨਾਲ ਉਹਦੀਆਂ ਵੇਵਸ ਜਿਹੜੀਆਂ ਨੇ ਉਹ ਡਾਕਟਰਸ ਵੀ ਦੱਸਦੇ ਨੇ ਕਿ ਉਹ ਥੋੜ੍ਹਾ ਜਿਹਾ ਸਾਡੀ ਹੈਲਥ ਲਈ ਚੰਗੀਆਂ ਨਹੀਂ ਹੁੰਦੀਆਂ। ਤੇ ਇਸ ਤੋਂ ਇਲਾਵਾ ਅਗਰ ਗੱਲ ਕਰੀਏ, ਸਾਡੇ ਖਰਚੇ ਵੱਧ ਗਏ ਨੇ, ਉਹ ਖਰਚਿਆਂ ਨੂੰ ਪੂਰਾ ਕਰਦਾ ਵੀ ਬੰਦਾ ਡਿਪਰੈਸ਼ਨ 'ਚ ਜਾਂਦਾ ਹੈ। ਐਜੂਕੇਸ਼ਨ ਦਾ ਕੰਪੀਟੀਸ਼ਨ ਹੈਗਾ, ਪੜ੍ਹਾਈ ਵੀ ਇੱਕ ਸਟ੍ਰੈਸ ਬਣ ਜਾਂਦੀ ਹੈ। ਸੋ ਡਾਕਟਰ ਸਾਹਿਬ ਤੁਸੀਂ ਕਿੱਥੋਂ ਸ਼ੁਰੂ ਕਰੋਗੇ ਕਿ ਕਿਹੜੀ ਏਜ ਦੇ ਵਿੱਚ ਕਿਹੜੇ ਡਿਪਰੈਸ਼ਨ ਜ਼ਿਆਦਾ ਹੁੰਦੇ ਨੇ ਜਾਂ ਕੀ ਰੀਜ਼ਨਸ ਬਣਦੇ ਨੇ? ਮੈਂ ਸਿੰਪਲ ਜਿਹੜਾ ਸਟਾਰਟ ਕਰੂੰਗਾ ਉਹ ਇੱਕ ਆਪਾਂ ਐਜੂਕੇਸ਼ਨ ਦੀ ਗੱਲ ਤੋਂ ਸਟਾਰਟ ਕਰਦੇ ਹਾਂ। ਇੱਕ ਬੱਚੇ ਦੇ ਨੰਬਰ ਅੱਛੇ ਨਹੀਂ ਆਏ, ਪੇਰੈਂਟਸ ਨੇ ਉਹਨਾਂ ਨੂੰ ਡਾਂਟਤਾ ਕਿ ਤੇਰੇ ਨੰਬਰ ਨਹੀਂ ਅੱਛੇ ਆਏ, ਉਹ ਉਦਾਸ ਹੋ ਜਾਊਗੀ, ਉਹ ਵੀ ਇੱਕ ਡਿਪਰੈਸ਼ਨ 'ਚ ਜਾ ਸਕਦੇ ਆ। ਤੁਸੀਂ ਆਪਣੇ ਬੱਚਿਆਂ ਦਾ ਸਾਥ ਦਿਓ। ਜੇ ਨੰਬਰ ਘੱਟ ਆਉਂਦੇ ਹੋ, ਦੇਖੋ ਕੀ ਪ੍ਰੋਬਲਮਸ ਆ ਨੰਬਰ ਘੱਟ ਆ ਰਹੇ, ਤਾਂ ਨਾ ਕਿ ਉਸ ਨੂੰ ਡਾਂਟੋ ਜੀ। ਦੂਸਰੀ ਗੱਲ, ਉਹ ਜਿਹੜਾ ਉਦਾਸੀ ਆ ਮਨ ਦੇ ਵਿੱਚ ਰਹੇਗੀ, ਉਹ ਆਟੋਮੈਟਿਕਲੀ ਹੌਲੀ ਹੌਲੀ ਮਨ ਭਰੀ ਜਾਏਗਾ, ਹਾਂ, ਹੋਰ ਉਹ ਡਿਪਰੈਸ਼ਨ ਵੱਲ ਜਾਏਗਾ। ਸੈਕਿੰਡ ਗੱਲ ਆ ਗਈ ਡਿਪਰੈਸ਼ਨ, ਲੈਕ ਆਫ એનર્ਜੀ। ਅੱਛਾ, ਬਹੁਤ ਜ਼ਿਆਦਾ ਵੀਕਨੈਸ ਆ ਤੁਹਾਡੀ, ਮਤਲਬ ਉਹਦੇ ਨਾਲ ਵੀ ਡਿਪਰੈਸ਼ਨ ਵੱਧਦਾ। ਬਿਲਕੁਲ, ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਿਆ, ਸਾਰਾ ਦਿਨ ਸਰੀਰ ਟੁੱਟੇ ਟੁੱਟੇ ਰਹਿੰਦਾ ਪਿਆ। ਕੋਈ ਤੁਸੀਂ ਨਸ਼ਾ ਖਾ ਰਹੇ ਹੋ, ਨਸ਼ਾ ਨਹੀਂ ਮਿਲ ਰਿਹਾ, ਉਹ ਨਸ਼ਾ ਚਾਹੀਦਾ, ਉਹਦੇ ਲਈ ਵੀ ਡਿਪਰੈਸ਼ਨ 'ਚ ਜਾ ਰਹੇ ਹੋ, ਠੀਕ ਆ। ਉਸ ਤੋਂ ਇਲਾਵਾ ਕੋਈ ਇਦਾਂ ਦੀ ਪ੍ਰੋਬਲਮ ਹੋ ਗਈ ਆ ਜਿਹੜੀ ਕਿ ਜਲਦੀ ਕਿਤੇ ਠੀਕ ਨਹੀਂ ਹੋ ਰਹੀ, ਮੈਡੀਸਨ ਨਾਲ ਵੀ ਨਹੀਂ ਠੀਕ ਹੋ ਰਹੀ, ਉੱਦਾਂ ਵੀ ਨਹੀਂ ਠੀਕ ਹੋ ਰਹੀ, ਉਹਦੇ ਕਰਕੇ ਵੀ ਤੁਸੀਂ ਡਿਪਰੈਸ਼ਨ 'ਚ ਜਾ ਰਹੇ ਹੋ। ਉਸ ਤੋਂ ਬਾਅਦ ਲਾਸ ਆਫ ਕੰਸੈਂਟਰੇਸ਼ਨ। ਅੱਛਾ, ਕੋਈ ਆਪ ਹੀ ਚੀਜ਼ ਰੱਖ ਕੇ ਭੁੱਲ ਗਏ, ਜਾਂ ਡਿਪਰੈਸ਼ਨ ਦੇ ਵਿੱਚ ਆਣਾ ਸ਼ੁਰੂ ਹੋ ਜਾਂਦਾ। ਅੱਛਾ, ਮਤਲਬ ਕਿ ਲਾਸ ਆਫ ਕੰਸੈਂਟਰੇਸ਼ਨ, ਤੋਲੀਆ ਮੋਢੇ ਤੇ ਟੰਗਿਆ ਤੇ ਪੂਰੇ ਘਰ 'ਚ ਲੱਭੀ ਜਾਂਦੇ। ਬਸ ਬਿਲਕੁਲ ਸਹੀ ਗੱਲ ਆ। ਇਸ ਤੋਂ ਬਾਅਦ ਕਿ ਗੱਡੀ ਬਾਹਰ ਕੱਢਣੀ ਹੈ ਤੇ ਚਾਬੀ ਮਿਲਦੀ ਨਹੀਂ ਪਈ,
ਚਾਬੀ ਗੱਡੀ ਦੇ ਵਿੱਚ ਕਈ ਵਾਰ ਚਾਬੀ ਗੱਡੀ ਦੇ ਵਿੱਚ ਹੈ ਤੇ ਚਾਬੀ locker ਗੱਡੀ ਦੇ ਵਿੱਚ ਹੀ ਹੈ ਨਾ, ਹਾਂਜੀ। ਇਸ ਚੀਜ਼ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ। ਸੋ ਇਸ ਨੂੰ ਤੁਸੀਂ ਇਗਨੋਰ ਨਾ ਕਰੋ। ਅਗਰ ਇਹ ਚੀਜ਼ਾਂ ਤੁਹਾਡੇ ਨਾਲ ਵਾਰ-ਵਾਰ ਹੋ ਰਹੀਆਂ ਨੇ, ਫੋਨ ਤੁਹਾਡਾ ਹੱਥ ਦੇ ਵਿੱਚ ਹੈ ਤੇ ਲੱਭੀ ਜਾਂਦੇ ਹੋ, ਇਦਾਂ ਹੋ ਜਾਂਦਾ ਸਮ ਟਾਈਮ। ਅੱਛਾ, ਇਹ ਸਮ ਟਾਈਮ ਇਦਾਂ ਵੀ ਹੋ ਜਾਂਦਾ ਕਿ ਤੁਸੀਂ ਬਹੁਤ ਜ਼ਿਆਦਾ ਆਕਿਊਪਾਈ ਹੋ, ਤੁਹਾਡਾ ਦਿਮਾਗ ਕਈ ਜਗ੍ਹਾ ਦੇ ਉੱਤੇ ਹੈ, ਬਟ ਜਦੋਂ ਇਦਾਂ ਦੀਆਂ ਚੀਜ਼ਾਂ ਆਣੀਆਂ ਸ਼ੁਰੂ ਕਰਨ, ਪ੍ਰੋਪਰ ਰੈਸਟ ਲਓ ਜਾਂ ਇਸ ਨੂੰ ਸਮਝੋ ਕਿ ਕੁਝ ਨਾ ਕੁਝ ਪ੍ਰੋਬਲਮ ਹੈ। ਸੋ ਇਦਾਂ ਦੀ ਚੀਜ਼ਾਂ ਜਾਂ ਹੋਰ ਕੀ ਦਿਖਣਾ ਸ਼ੁਰੂ ਹੁੰਦਾ ਹੈ? ਸਰ ਉਸ ਤੋਂ ਬਾਅਦ ਡਿਪਰੈਸ਼ਨ ਦੇ ਪੇਸ਼ੈਂਟਸ ਦੇ ਵਿੱਚ ਭੁੱਖ ਨਹੀਂ ਲੱਗੇਗੀ, ਅੱਛਾ, ਜਾਂ ਕਦੀ ਬਹੁਤ ਜ਼ਿਆਦਾ ਭੁੱਖ ਲੱਗੇਗੀ, ਇਹ ਸਿੰਪਟਮਸ ਆਉਣ ਲੱਗ ਪੈਂਦੇ ਆ। ਉਸ ਤੋਂ ਬਾਅਦ ਆਪਾਂ ਪਹਿਲਾਂ ਗੱਲ ਕੀਤੀ ਕਿ ਇੱਕ ਚੇਨ ਤੋੜਨੀ ਆ, FAT ਦੀ ਗੱਲ ਕੀਤੀ, ਫੈਟ ਇੱਕ ਹੋਰ ਚੀਜ਼ ਮੈਂ ਪੁੱਛਣੀ ਸੀ ਤੁਹਾਡੇ ਤੋਂ ਕਿ ਇੰਡਾਈਜੈਸ਼ਨ ਵੀ ਜਿਹੜੀ ਹੈ ਨਜ਼ਰ ਆਣੀ ਸ਼ੁਰੂ ਹੁੰਦੀ ਹੈ ਡਿਪਰੈਸ਼ਨ ਦੇ ਵਿੱਚ? ਬਿਲਕੁਲ ਹੁੰਦੀ ਆ। ਜਦੋਂ ਤੁਸੀਂ ਡਿਪਰੈਸ਼ਨ ਹੁੰਦਾ ਹੈ ਤੁਹਾਨੂੰ, ਹਾਂ, ਉਸ ਟਾਈਮ ਤੇ ਤੁਹਾਡਾ ਦਿਲ ਨਹੀਂ ਕਰਦਾ ਕਿਤੇ ਜਾਣ ਨੂੰ, ਕੋਈ ਹੌਬੀ ਛੱਡ ਦਿੱਤੀ ਸੀ ਆਪਣੀ, ਤੁਸੀਂ ਸੰਡੇ ਨੂੰ ਕ੍ਰਿਕਟ ਖੇਡਦੇ ਸੀ ਉਹ ਛੱਡਤੀ, ਸੰਡੇ ਨੂੰ ਵਾਲੀਬਾਲ ਖੇਡਦੇ ਸੀ ਉਹ ਛੱਡਤੀ, ਤੁਸੀਂ ਉਹੀ ਕੀ ਆ ਜਿਹੜੀ ਗੇਮ ਤੁਸੀਂ ਇੱਕ ਪਲੇਗਰਾਉਂਡ 'ਚ ਖੇਡਦੇ ਸੀ ਉਹ ਆਪਣੇ ਫੋਨ ਤੇ ਲੱਗੇ ਹੋਏ ਹੋ। ਹੋਰ ਉਹ ਫੋਨ ਤੇ ਲੱਗਣ ਕਰਕੇ ਕੀ ਆ, ਤੁਹਾਡੀ ਫਿਜ਼ੀਕਲੀ ਐਕਟੀਵਿਟੀ ਘਟ ਗਈ, ਬੋਡੀ ਦੀ ਜਿਹੜੀ એનર્ਜੀ ਆ ਉਹ ਆ ਨਹੀਂ ਰਹੀ ਪ੍ਰੋਪਰ ਵੇ ਨਾਲ, ਹੋਰ ਤੁਸੀਂ ਡਿਪਰੈਸ਼ਨ 'ਚ ਜਾ ਰਹੇ ਹੋ। ਠੀਕ ਆ। ਉਸ ਤੋਂ ਬਾਅਦ ਨੈਗੇਟਿਵ ਸੋਚ, ਬੰਦੇ ਨੂੰ ਨੈਗੇਟਿਵ ਇੰਨੀ ਜ਼ਿਆਦਾ ਸੋਚ ਹੋ ਗਈ ਕਿ ਬੰਦੇ ਦਾ ਦਿਲ ਕਰਦਾ ਪਿਆ ਕਿ ਮੈਂ ਕੋਈ ਨਾ ਕੋਈ ਸੁਸਾਈਡ ਅਟੈਂਪਟ ਕਰਾਂ। ਠੀਕ ਆ। ਉਹ ਜਿਹੜਾ ਸੁਸਾਈਡ ਅਟੈਂਪਟ ਕਰਨ ਦੇ ਖਿਆਲ ਮਨ 'ਚ ਆ ਰਹੇ ਆ, ਉਹ ਵੀ ਡਿਪਰੈਸ਼ਨ 'ਚ ਵੱਲ। ਇਹ ਪ੍ਰੋਪਰ ਪੇਸ਼ੈਂਟ ਜਦੋਂ ਆਂਦਾ ਆ ਉਹਨੂੰ ਇੱਕ ਸਮਝਾਇਆ ਜਾਂਦਾ ਹੈ ਕਿ ਕਾਉਂਸਲਿੰਗ ਦੇ ਜ਼ਰੀਏ ਕਿ ਆਪਾਂ ਇਹ ਚੀਜ਼ਾਂ ਤੋਂ ਬਾਹਰ ਕਿੱਦਾਂ ਆਣਾ, ਮਤਲਬ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ। ਜਿਹੜੇ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਡਰੱਗਸ ਲੈਣ ਲੱਗ ਜਾਂਦੇ ਨੇ ਜਾਂ ਫਿਰ ਨਸ਼ਿਆਂ ਦੇ ਵਿੱਚ ਜਾਂ ਸ਼ਰਾਬ ਦੇ ਨਸ਼ੇ 'ਚ ਪੈ ਜਾਂਦੇ ਨੇ, ਉਹ ਵੀ ਕਿਤੇ ਨਾ ਕਿਤੇ ਉਹ ਬਾਕੀ ਚੀਜ਼ਾਂ ਤੋਂ ਖਫਾ ਹੋ ਕੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ। ਕਿਉਂ ਪਹਿਚਾਣ ਲੱਗਦਾ ਦੇ ਕਿ ਇੱਕ ਟਾਈਮ ਤੇ ਤਾਂ ਤੁਹਾਨੂੰ ਕਿਸੇ ਨੇ ਡਰੱਗ ਤੇ ਲਗਾਤਾ, ਸੈਕਿੰਡ ਟਾਈਮ ਪੈਸੇ ਦੇ ਕੇ, ਥਰਡ ਟਾਈਮ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ, ਤੁਸੀਂ ਕੋਈ ਲੁੱਟ-ਖੁੱਟ ਕਰਕੇ ਪੈਸੇ ਲੈ ਕੇ ਨਸ਼ਾ ਲੈ ਰਹੇ ਹੋ, ਫੋਰਥ ਟਾਈਮ ਤੁਸੀਂ ਇੱਕ ਜੰਗਲ ਦੇ ਵਿੱਚ ਫਸ ਗਏ ਆ ਜਿੱਥੇ ਨਾ ਪੈਸੇ ਆ ਨਾ ਡਰੱਗਸ ਆ। ਉਹ ਹੌਲੀ ਹੌਲੀ ਕੀ ਕਰੋਗੇ ਤੁਸੀਂ, ਨੈਗੇਟਿਵ ਸੋਚ ਹੋ ਗਈ ਆ ਤੁਹਾਡੇ। ਜਿਹੜਾ ਡਿਪਰੈਸ਼ਨ ਦੇ ਉਸ ਤੋਂ ਬਾਅਦ ਕੌਸਿਸ ਦੇ ਵਿੱਚ ਆਪਾਂ ਗੱਲ ਕਰਨੀ ਕਿ ਕਿਉਂ ਹੁੰਦਾ ਨਾ, ਉਹਦੇ 'ਚ ਕੌਸਿਸ ਹੁੰਦੇ ਕਿ ਬਾਇਓਲੋਜੀਕਲ ਕੈਮੀਕਲ ਕੌਸਿਸ ਹੋ ਗਏ ਜਾਂ ਫਿਰ ਆਪਣਾ ਸਾਈਕੋ ਸੋਸ਼ਲ ਹੋ ਗਏ ਕਿ ਕਿਸ ਕਰਕੇ ਪ੍ਰੋਬਲਮਸ ਡਿਪਰੈਸ਼ਨ 'ਚ ਆਪਾਂ ਕਿਉਂ ਗਏ ਆ। ਅੱਛਾ, ਬਾਇਓਲੋਜੀਕਲ ਵੀ ਹੁੰਦਾ ਹੈ ਕਿ ਲਾਈਕ ਇਟ ਇਜ਼ ਲਾਈਕ ਤੁਹਾਨੂੰ ਇਦਾਂ ਹੀ ਮਿਲਣਾ, ਜਨਮ ਤੋਂ ਮਿਲਣਾ? ਨਹੀਂ, ਜਨਮ ਤੋਂ ਨਹੀਂ ਕੁਝ ਵੀ ਹੁੰਦਾ। ਇਹ ਜਨਮ ਤੋਂ ਬਾਅਦ ਦੀਆਂ ਗੱਲਾਂ ਆ। ਓਕੇ, ਠੀਕ ਆ। ਸਾਈਕੋਲੋਜੀਕਲ ਕੀ ਹੁੰਦਾ ਕਿ ਤੁਹਾਡੇ ਜਿਹੜੇ ਬੋਡੀ ਦੇ ਕੈਮੀਕਲਸ ਆ, ਚਾਹੇ ਉਹ ਡੋਪਾਮਾਈਨ ਲਾ ਲਓ, ਸੈਰੋਟੋਨਿਨ ਲਾ ਲਓ, ਨੌਨ ਐਪੀਨੈਫ੍ਰਿਨ ਲਾ ਲਓ, ਜਿਹੜੇ ਇਹ ਕੈਮੀਕਲਸ ਆ ਇਹਨਾਂ ਦੀ ਸਿਕ੍ਰੀਸ਼ਨ ਘਟਣੀ। ਅੱਛਾ, ਹੁਣ ਅਸੀਂ ਪਹਿਲਾਂ ਗੱਲ ਕੀਤੀ ਕਿ ਗੁਰਦੁਆਰੇ ਜਾਂਦੇ ਆ, ਮੰਦਿਰ ਜਾਂਦੇ ਆ, ਜਾਂ ਸਵੇਰੇ ਉੱਠ ਕੇ ਸਿੰਪਲ ਵਾਕ ਤੇ ਜਾਂਦੇ ਆਪਾਂ, 2-3 ਯਾਰਾਂ ਦੋਸਤਾਂ ਨੂੰ ਸਵੇਰੇ 6-7 ਵਜੇ ਉੱਠ ਕੇ ਮਿਲਦੇ ਆ, ਜਿਹੜੀਆਂ ਸਾਡੇ ਨਾਲ ਗੱਲਾਂ ਕੱਲ ਬੀਤੀਆਂ ਸੀ ਉਹ ਉਹਨਾਂ ਨਾਲ ਸ਼ੇਅਰ ਕਰਦੇ ਆ, ਜਾਂ ਆਪਣੇ ਪੁਆਇੰਟਸ ਸ਼ੇਅਰ ਕਰਦੇ ਆ ਕਿ ਅੱਜ ਸਾਨੂੰ ਆਹ ਕਰਨਾ। ਉਹ ਜਿਹੜੀਆਂ ਉੱਥੇ ਵਾਈਬਸ ਇਕੱਠੀਆਂ ਹੁੰਦੀਆਂ ਆ, ਉਹਨਾਂ ਬੋਡੀ ਦੇ ਵਿੱਚ ਡੋਪਾਮਾਈਨ ਵੱਧਦਾ। ਜਦੋਂ ਡੋਪਾਮਾਈਨ ਵਧੇਗਾ, ਹੈਪੀ ਹਾਰਮੋਨਸ ਵਧੂਗੇ, ਤੁਹਾਡਾ ਦਿਲ ਖੁਸ਼ ਰਹੇਗਾ। ਰਾਈਟ, ਠੀਕ ਹੈ ਜੀ। ਬਿਲਕੁਲ। ਜਿਹਦਾ ਤੁਹਾਡੇ ਚਿਹਰੇ ਤੇ ਰੌਣਕ ਆ ਗਈ ਨਾ, ਹੁਣ ਆ ਗਈ, ਇਹੀ ਚ ਰੌਣਕ ਚਾਹੀਦੀ ਆਪਾਂ ਨੂੰ। ਜਿਹਦੇ ਚਿਹਰੇ ਤੇ ਰੌਣਕ ਰਹੇਗੀ ਉਹਨੂੰ ਡਿਪਰੈਸ਼ਨ ਨਹੀਂ ਹੋਏਗਾ, ਜਿਹੜਾ ਚਿਹਰਾ ਉਦਾਸ ਰਹੇਗਾ ਉਹਨੂੰ ਡਿਪਰੈਸ਼ਨ ਹੋਏਗਾ, ਉਹਦਾ ਆਪਾਂ ਟ੍ਰੀਟਮੈਂਟ ਕਰਨਾ। ਉਹ ਮਤਲਬ ਉਹ ਨਿਸ਼ਾਨੀ ਹੈ। ਹੁਣ ਟ੍ਰੀਟਮੈਂਟ ਤੇ ਵੀ ਆਵਾਂਗੇ। ਤੁਸੀਂ ਡੋਪਾਮਾਈਨ ਦੀ ਗੱਲ ਕੀਤੀ ਹੈ, ਮੈਂ ਇੱਥੇ ਇੱਕ ਸਟੱਡੀਜ਼ ਦੇ ਬਾਰੇ ਪੜ੍ਹੀ ਸੀਗੀ ਕਿ ਡੋਪਾਮਾਈਨ ਜਿਹੜਾ ਹੈਗਾ ਉਹ ਰਿਲੀਜ਼ ਹੋਣ ਤੋਂ ਬਾਅਦ ਸਾਡੇ ਅੰਦਰ ਉਹ ਟੈਂਪਰੇਰੀ ਨਹੀਂ ਰਹਿਣਾ ਚਾਹੀਦਾ, ਉਹ ਥੋੜਾ ਜਿਹਾ ਸਟੇਬਲ ਹੋਣਾ ਚਾਹੀਦਾ। ਪਹਿਲਾਂ ਦੇ ਸਮੇਂ ਦੇ ਵਿੱਚ ਅਸੀਂ ਕੁਝ ਇਦਾਂ ਦੀਆਂ ਚੀਜ਼ਾਂ ਕਰਦੇ ਸੀ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀ, ਮੰਦਿਰ ਜਾਂਦੇ ਸੀ, ਜਾਂ ਉਹਨਾਂ ਦੋਸਤਾਂ ਨਾਲ ਮਿਲਦੇ ਸੀਗੇ, ਜਾਂ ਕੁਝ ਇਦਾਂ ਦੇ ਕੰਮ ਕਰਦੇ ਸੀ ਜਿਨ੍ਹਾਂ 'ਚ ਸਾਡਾ ਮਨ ਖੁਸ਼ ਹੁੰਦਾ ਹੈ, ਜਾਂ ਫਿਜ਼ੀਕਲ ਐਕਟੀਵਿਟੀਜ਼ ਕਰਦੇ ਸੀਗੇ, ਗੇਮਸ ਖੇਡਦੇ ਸੀ ਬਾਹਰ। ਪਰ ਹੁਣ ਅਸੀਂ ਫੋਨ ਦੇ ਉੱਤੇ ਇੱਕ ਫੋਟੋ ਪਾ ਕੇ ਲਾਈਕਸ ਦੀ ਵੇਟ ਕਰਦੇ ਹਾਂ। ਜਦੋਂ ਲਾਈਕਸ ਘੱਟ ਆਏ ਉਹ ਡੋਪਾਮਾਈਨ ਉਹਨਾਂ ਰਿਲੀਜ਼ ਨਹੀਂ ਹੋਏਗਾ, ਕਿਉਂਕਿ ਇਹਦੇ ਵਿੱਚ ਵੀ ਉਹੀ ਚੀਜ਼ ਹੁੰਦੀ ਹੈ ਐਂਡ ਉਹ ਟੈਂਪਰੇਰੀਲੀ ਬੇਸਿਸ ਤੇ ਹੋ ਗਿਆ। ਆਪਾਂ ਫੋਟੋ ਪਾਉਂਦੇ ਆ ਜਾਂ ਕੋਈ ਚੀਜ਼ ਪਾਉਂਦੇ ਆ, ਜੇ 3 ਨੈਗੇਟਿਵ ਕਮੈਂਟ ਵੀ ਆ ਗਏ ਨਾ ਉਹਦੇ ਤੇ ਨੀਚੇ ਫਸਟ ਟਾਈਮ ਤੇ ਡਿਕਰੀਜ਼ ਕਰ ਦੇਣਾ ਤੁਹਾਡਾ। ਉਹ ਕੀ ਹੋਏਗਾ, ਤੁਹਾਨੂੰ ਸਾਰੀ ਰਾਤ ਉੱਤੇ ਸੋਚਣ ਤੇ ਮਜਬੂਰ ਹੋ ਜਾਣਾ, ਮੈਂ ਇੰਨੀ ਸੋਹਣੀ ਫੋਟੋ ਪਾਈ ਤੇ ਮੈਨੂੰ ਕਿਸੇ ਨੇ ਪਸੰਦ ਹੀ ਨਹੀਂ ਕੀਤਾ। ਸੋ ਲੜਕੀਆਂ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਆ ਜਾਂਦੀ ਹੈ, ਜੈਲਸ ਫੈਕਟਰ ਕਰਕੇ ਡਿਪਰੈਸ਼ਨ 'ਚ ਜਾਣ ਲੱਗ ਪਈਆਂ। ਇਹ ਚੀਜ਼ ਹੋ ਸਕਦਾ ਦਰਸ਼ਕਾਂ ਨੂੰ ਇਹ ਲੱਗਦਾ ਹੋਵੇ ਕਿ ਅਸੀਂ ਬੜੀ ਲਾਈਟ ਗੱਲ ਕਰਦੇ, ਕਿਉਂਕਿ ਅਸੀਂ ਇਹਨਾਂ ਐਕਟੀਵਿਟੀਜ਼ ਨੂੰ ਲਾਈਟਲੀ ਲੈਂਦੇ ਆ, ਪਰ ਇਹਨਾਂ ਦਾ ਬਹੁਤ ਵੱਡਾ ਇੰਪੈਕਟ ਪੈ ਰਿਹਾ। ਇਹ ਉਹ ਪੇਰੈਂਟਸ ਨੂੰ ਪਤਾ ਲੱਗਦਾ ਜਿਨ੍ਹਾਂ ਦੇ ਬੱਚੇ ਡਿਪਰੈਸ਼ਨ 'ਚ ਚਲੇ ਜਾਂਦੇ, ਜਿਹੜੇ ਬੱਚੇ ਸਵੇਰੇ ਡਿਪਰੈਸ਼ਨ 'ਚੋਂ ਨਿਕਲ ਨਹੀਂ ਪਾਉਂਦੇ। ਮਾਂ ਪੇ ਜਿਹੜੇ ਆ ਦੋਨਾਂ ਦੇ ਪੇਰੈਂਟਸ ਜਿਹੜੇ ਆ ਉਹ ਵਰਕਿੰਗ ਆ, ਉਹ ਤਾਂ ਚਲੇ ਗਏ ਕੰਮ ਤੇ, ਅੱਗੇ ਬੱਚਾ ਸਾਰੀ ਦਿਹਾੜੀ ਡਿਪਰੈਸ਼ਨ ਦੇ ਵਿੱਚ ਇੱਕ ਕਮਰੇ 'ਚ ਬੈਠਾ ਹੋਇਆ, ਉਹ ਨਾ ਕਿਸੇ ਫਰੈਂਡ ਕੋ ਜਾ ਰਿਹਾ, ਨਾ ਆਪਣੇ ਕਿਸੇ ਰਿਸ਼ਤੇਦਾਰ ਕੋ ਜਾ ਰਿਹਾ। ਉਹਨਾਂ ਨੂੰ 1 ਮਹੀਨਾ 2 ਮਹੀਨੇ 4 ਮਹੀਨੇ ਬਾਅਦ ਪਤਾ ਲੱਗਦਾ ਕਿ ਆਪਣੇ ਬੱਚੇ ਨੂੰ ਡਿਪਰੈਸ਼ਨ 'ਚੋਂ ਕਿੱਦਾਂ ਕੱਢੀਏ। ਫਿਰ ਉਹ ਸਾਡੇ ਕੋਲ ਲੈ ਕੇ ਆਉਂਦੇ, ਫਿਰ ਅਸੀਂ ਉਹਨਾਂ ਦੀ ਇੱਕ ਜਿਹੜੀ ਕਾਉਂਸਲਿੰਗ ਕੀਤੀ, ਉਹਦੇ 'ਚ ਇੱਕ ਮੈਂ ਪੁਆਇੰਟ ਕਰਦਾ, ਜਿਹੜਾ ਕਾਉਂਸਲਿੰਗ ਦਾ ਪੁਆਇੰਟ ਹੁੰਦਾ ਉਹਨੂੰ CBT ਕਹਿੰਦੇ ਆਪਾਂ। ਅੱਛਾ, ਠੀਕ ਹੈ ਜੀ, CBT ਬਿਹੇਵੀਅਰ ਥੈਰੇਪੀ ਕਹਿੰਦੇ, ਕੋਗਨੀਟਿਵ ਬਿਹੇਵੀਅਰ ਥੈਰੇਪੀ, ਕਿ ਨਕਾਰਾਤਮਕ ਸੋਚ ਨੂੰ ਤੋੜਨਾ। ਅੱਛਾ ਜੀ,
ਉਹ ਪੇਸ਼ੈਂਟ ਨੂੰ ਦੱਸਿਆ ਜਾਂਦਾ ਕਿ ਤੁਸੀਂ ਆਪਣਾ ਕੌਨਫੀਡੈਂਸ ਮੇਨਟੇਨ ਕਿੱਦਾਂ ਕਰਨਾ। ਜਦੋਂ ਕੌਨਫੀਡੈਂਸ ਮੇਨਟੇਨ ਕਰੇਗਾ, ਮੇਰੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ, ਮੈਂ 90% ਪੇਸ਼ੈਂਟਸ ਨੂੰ ਮੈਡੀਸਨ ਦੇ ਕੇ ਖੁਸ਼ ਨਹੀਂ ਹੈਗਾ ਡਿਪਰੈਸ਼ਨ ਦੀ। ਅੱਛਾ। ਬਟ ਮੈਂ ਉਹਨਾਂ ਨੂੰ ਪਹਿਲਾਂ ਸਮਝਾਉਣਾ ਹੁੰਦਾ ਕਿ ਤੁਸੀਂ ਜਿੱਦਾਂ ਮੈਂ ਕਰਨਾ ਥੋੜਾ ਖੁਸ਼ ਰਹਿਣਾ ਸਿੱਖੋ, ਮੂਵੀਜ਼ ਦੇਖੋ, ਜੋ ਤੁਹਾਨੂੰ ਵਧੀਆ ਲੱਗਦਾ ਉਹ ਦੇਖੋ। ਅੱਜ ਕੱਲ ਪੰਜਾਬੀ ਮੂਵੀਜ਼ ਕਾਮੇਡੀਜ਼ ਬਹੁਤ ਆ ਗਈਆਂ, ਉਹ ਦੇਖੋ। ਕੁਛ ਨਾ ਕੁਛ ਜੋ ਤੁਹਾਡੀ ਹੌਬੀ ਸੀ, ਜੋ ਤੁਸੀਂ ਪਹਿਲਾਂ ਕਰਦੇ ਸੀ, ਉਹ ਕਰੋ, ਤਾਂ ਕਿ ਤੁਹਾਡੇ ਅੰਦਰੋਂ ਡਿਪਰੈਸ਼ਨ ਜਿਹੜੀ ਚੀਜ਼ ਹੈ ਉਹ ਖਤਮ ਹੋ ਜਾਵੇ। ਬਹੁਤ ਚੀਜ਼ਾਂ ਆ ਗਈਆਂ, ਜੇ ਆਪਾਂ ਨਹੀਂ ਕਿਤੇ ਜਾ ਸਕਦੇ, ਆਪਣੇ ਸਮਝੋ ਤੁਹਾਡੀ ਫੈਮਿਲੀ ਆ, ਫੈਮਿਲੀ ਦੇ ਵਿੱਚ ਬਜ਼ੁਰਗ ਆ, ਉਹਨਾਂ ਨਾਲ ਬਹਿ ਕੇ ਉਹਨਾਂ ਦੀਆਂ ਗੱਲਾਂ ਸੁਣੋ ਕਿ ਉਹ ਪੁਰਾਣੇ ਟਾਈਮ ਦੇ ਵਿੱਚ ਕੀ ਕਰਦੇ ਸੀ, ਉਹਨਾਂ ਦੀਆਂ ਸੀਸਾਂ ਲਓ ਬਹਿ ਕੇ ਉਹਨਾਂ ਕੋ। ਅੱਜ ਕੱਲ ਬਜ਼ੁਰਗ ਸੋਚਦੇ ਸਾਡੇ ਬੱਚੇ ਸਾਡੇ ਕੋਲ ਬੈਠਣ, ਬਟ ਜਿਹੜਾ ਉਹ 2 ਘੰਟੇ ਦਾ ਟਾਈਮ ਹੁੰਦਾ ਉਹ ਫੋਨ ਤੇ ਸਪੈਂਡ ਕਰਦੇ ਆ। ਅੱਛਾ ਡਾਕਟਰ ਸਾਹਿਬ, ਮੈਂ ਇਹ ਵੀ ਸੁਣਿਆ ਸੀਗਾ ਕਿ ਜੇ ਤੁਸੀਂ ਥੋੜਾ ਜਿਹਾ ਗ੍ਰੀਨਰੀ ਦੇ ਵਿੱਚ ਜਾਂਦੇ ਹੋ, ਜਾਂ ਸਵੇਰੇ ਵਾਕ ਜਾਂ ਈਵਨਿੰਗ ਵਾਕ ਤੇ ਜਾਂਦੇ ਹੋ, ਅਗਰ ਤੁਸੀਂ ਥੋੜਾ ਗ੍ਰੀਨਰੀ 'ਚ ਜਾਂਦੇ ਹੋ, ਪੇੜ ਪੌਦਿਆਂ ਨੂੰ ਦੇਖਦੇ ਹੋ, ਉਹਦੇ ਨਾਲ ਵੀ ਬਹੁਤ ਹੈਲਪ ਮਿਲਦੀ ਹੈ। ਨਹੀਂ, ਬਿਲਕੁਲ ਬਹੁਤ ਹੈਲਪ ਮਿਲਦੀ। ਮੈਂ ਅੱਜ ਫਗਵਾੜੇ ਤੋਂ ਆਇਆ, ਟ੍ਰੈਫਿਕ ਬਹੁਤ ਸੀ, ਬਟ ਜਦੋਂ ਮੈਂ ਚੰਡੀਗੜ੍ਹ ਐਂਟਰੀ ਕੀਤੀ, ਇੱਕ ਮੈਨੂੰ ਲੱਗਾ ਆਪਣੇ ਆਪ ਡੋਪਾਮਾਈਨ ਮੇਰਾ ਰਿਲੀਜ਼ ਹੋ ਗਿਆ। ਹਾਂ, ਗ੍ਰੀਨਰੀ ਦੇਖ ਕੇ ਇੰਨੀ ਆਕਸੀਜਨ ਅੱਛੀ ਸੀਗੀ, ਇੰਨਾ ਸਾਰਾ ਕੁਝ ਸੀਗਾ, ਮੇਰਾ ਦਿਲ ਕੀਤਾ ਕਿ ਮੈਂ ਇੱਥੇ ਵਾਕ ਕਰਾਂ। ਮਤਲਬ ਆਟੋਮੈਟਿਕਲੀ ਮੇਰੇ ਅੰਦਰ ਪੋਜ਼ਿਟਿਵ ਵਾਈਬਸ ਆਉਣ ਲੱਗ ਪਈਆਂ, ਕਿ ਜਿਹਦੇ ਕਰਕੇ ਆਪਾਂ ਇੰਨਾ ਜ਼ਿਆਦਾ ਹੈਪੀ ਗੱਲਾਂ ਕਰ ਰਹੇ ਹਾਂ। ਠੀਕ ਹੈ ਜੀ, ਉਹ ਬਹੁਤ ਜ਼ਰੂਰੀ ਹੈ। ਸੋ ਇਹ ਜਿੰਨਾ ਪੋਰਸ਼ਨ ਤੁਸੀਂ ਹੁਣ ਪ੍ਰੋਗਰਾਮ ਦਾ ਸੁਣਿਆ, ਇਹ ਕਾਉਂਸਲਿੰਗ ਦਾ ਪਾਰਟ ਹੁੰਦਾ ਹੈ। ਇਸ ਨੂੰ ਸੁਣ ਕੇ, ਇਸ ਨੂੰ ਸਮਝ ਕੇ, ਆਈ ਹੋਪ ਕਿ ਤੁਹਾਨੂੰ ਵੀ ਕਿਤੇ ਨਾ ਕਿਤੇ ਇੱਕ ਪੋਜ਼ਿਟਿਵਿਟੀ ਫੀਲ ਹੋਈ ਹੋਏਗੀ। ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਡਿਪਰੈਸ਼ਨ ਦੇ ਵਿੱਚ ਹੁੰਦੇ ਹੋ, ਗੱਲਾਂ ਬਾਤਾਂ ਕਰਨੀਆਂ, ਆਲੇ ਦੁਆਲੇ ਕਰਨੀਆਂ। ਔਰ ਇੱਕ ਚੀਜ਼ ਜਿਹੜੀ ਅਸੀਂ ਡਿਸਕਸ਼ਨ ਤੋਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ, ਮੈਂ ਉਹ ਵੀ ਚਾਹਾਂਗਾ ਕਿ ਤੁਸੀਂ ਦੱਸੋ, ਕਈ ਵਾਰੀ ਤੁਹਾਡੇ ਨਾਲ, ਜਿਵੇਂ ਤੁਸੀਂ ਕਿਹਾ ਸੀ ਨਾ ਕਿ ਕਿਸੇ ਦੀ ਸਲਾਹ ਲੈਣੀ ਚਾਹੀਦੀ ਹੈ, ਕਈ ਲੋਕਾਂ ਦੇ ਐਟੀਟਿਊਡ 'ਚ ਮੈਂ ਇਹ ਪ੍ਰੋਬਲਮ ਦੇਖ ਰਿਹਾ ਕਿ ਡਿਪਰੈਸ਼ਨ ਕਰਕੇ ਆਉਣ ਲੱਗ ਜਾਂਦੀ ਹੈ ਕਿ ਉਹ ਸਲਾਹ ਤੇ ਲੈਂਦੇ ਨੇ, ਪਰ ਉਸ ਨੂੰ ਐਕਸੈਪਟੈਂਸ ਦੇ ਵਿੱਚ ਨਹੀਂ ਬਦਲ ਪਾਉਂਦੇ, ਉਹ ਆਪਾਂ ਨੂੰ ਉਸ ਨੂੰ ਕਬੂਲ ਕਰਕੇ ਉਹਨੂੰ ਐਕਸ਼ਨਸ ਦੇ ਵਿੱਚ ਨਹੀਂ ਲੈ ਪਾਉਂਦੇ। ਉਹ ਕਿਵੇਂ ਕੀਤਾ ਜਾਵੇ? ਸਰ, ਉਹ ਪੇਸ਼ੈਂਟਸ ਉਹ ਹੁੰਦੇ ਆ ਕਿ ਜਿਹੜੇ ਕਹਿੰਦੇ ਕਿ ਸੁਣੋ ਸਭ ਦੀ, ਕਰੋ ਆਪਣੀ। ਅੱਛਾ, ਠੀਕ ਹੈ ਜੀ। ਬਟ ਮੈਂ ਇਹਦੇ ਨਾਲ ਇੱਕ ਗੱਲ ਜੋੜਨਾ ਚਾਹੁੰਦਾ ਆ ਕਿ ਇੱਕ ਸਿੰਪਲ ਡਿਪਰੈਸ਼ਨ ਦੀ ਗੱਲ ਤੇ ਇਹ ਗੱਲਾਂ ਦੇ ਵਿੱਚ ਫਰਕ ਕੀ ਆ। ਉਹ ਇੱਕ ਪੇਸ਼ੈਂਟ ਅਲੱਗ ਚੀਜ਼ ਹੁੰਦੀ ਆ, ਇੱਕ ਗੱਲਾਂ ਸਮਝਣੀਆਂ ਜਾਂ ਕਰਨੀਆਂ ਅਲੱਗ ਚੀਜ਼ ਹੁੰਦੀ। ਇੱਕ ਚਲਾਕੀ ਹੁੰਦੀ ਹੈ, ਇੱਕ ਡਿਪਰੈਸ਼ਨ। ਦੋਨੇ ਚੀਜ਼ਾਂ ਅਲੱਗ-ਅਲੱਗ ਆ। ਜਿਹੜੀ ਚਲਾਕੀ ਆ, ਉਹ ਸੋਚੇਗਾ ਕਿ ਮੇਰੇ ਨਾਲੋਂ ਚੰਗਾ ਕੋਈ ਨਹੀਂ। ਠੀਕ ਆ, ਉਹ ਚਲਾਕੀ ਵਾਲਾ ਲੈਵਲ ਆ ਗਿਆ। ਬਟ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਕਦੀ-ਕਦੀ ਛੋਟਾ ਬੰਦਾ, ਤੁਹਾਡੇ ਨਾਲੋਂ ਨੀਵਾਂ ਬੰਦਾ ਵੀ ਤੁਹਾਨੂੰ ਕੋਈ ਚੰਗੀ ਸਲਾਹ ਦੇ ਦਿੰਦਾ। ਰਾਈਟ। ਤੁਸੀਂ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋ, ਪਰ ਤੁਹਾਨੂੰ ਕਹਿੰਦੇ ਨੇ ਅਕਲ ਜਿਹੜੀ ਆ ਬਦਾਮ ਖਾ ਕੇ ਨਹੀਂ ਆਣੀ, ਧੱਕੇ ਖਾ ਕੇ ਆਣੀ ਹੈ। ਹਾਂ, ਠੀਕ ਹੈ ਜੀ। ਤੁਸੀਂ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋ, ਬਟ ਤੁਹਾਡੇ ਤੋਂ ਜਿਹੜਾ ਨੀਚੇ ਵਾਲਾ ਬੰਦਾ, ਜਿਹੜਾ ਕਿ ਗਰਾਊਂਡ ਲੈਵਲ ਤੋਂ ਕੰਮ ਕਰਦਾ ਪਿਆ, ਉਹ ਤੁਹਾਨੂੰ ਅਕਲ ਦੇ ਕੇ ਜਾਏਗਾ ਕਿ ਕੰਮ ਕਿੱਦਾਂ ਕਰਨਾ। ਹਮੇਸ਼ਾ ਜਿਹੜਾ ਕੰਮ ਹੁੰਦਾ ਉਹ ਗਰਾਊਂਡ ਲੈਵਲ ਤੋਂ ਸਟਾਰਟ ਹੁੰਦਾ ਜੀ। ਠੀਕ ਆ, ਜਿਹੜਾ ਗਰਾਊਂਡ ਲੈਵਲ ਵਾਲਾ ਬੰਦਾ ਤੁਹਾਨੂੰ ਸਮਝਾਏਗਾ, ਸਰ ਇਦਾਂ ਨਹੀਂ, ਇਦਾਂ ਕਰਦੇ ਆ ਕਿ ਆਪਣਾ ਕੰਮ ਜਲਦੀ ਹੋ ਜਾਏਗਾ, ਉਹਦੀ ਗੱਲ ਮੰਨੋ। ਹੁਣ ਦੂਸਰੀ ਗੱਲ ਕੀ ਆ ਕਿ ਆਪਾਂ ਡਿਪਰੈਸ਼ਨ 'ਚ ਪੇਸ਼ੈਂਟ ਕਿਉਂ ਜਾਂਦਾ ਪਿਆ, ਇੱਥੇ ਆਨੇ। ਹੁਣ ਇੱਕ ਸਮਝੋ ਟੀਚਰ ਨੇ ਕਲਾਸ ਦੇ ਵਿੱਚ 10 ਬੱਚੇ ਆ, 10 ਬੱਚਿਆਂ ਨੇ ਹੋਮਵਰਕ ਨਹੀਂ ਕੀਤਾ ਜੀ, ਉਹਨੇ 10 ਬੱਚਿਆਂ ਨੂੰ ਡਾਂਟ ਦਿੱਤਾ। ਉਹ 10 ਬੱਚਿਆਂ ਦੇ ਵਿੱਚੋਂ 8 ਬੱਚੇ ਤਾਂ ਇਦਾਂ ਹੋਗੇ ਜਿਹੜੇ ਕਹੋਗੇ ਚਲੋ ਕੋਈ ਨਹੀਂ, ਸਵੇਰੇ ਕਰੇ ਆਵਾਂਗੇ, ਕੰਮ ਹੀ ਆ, ਹੋਮਵਰਕ ਹੀ ਆ, ਕੱਲ ਕਰ ਲਵਾਂਗੇ ਜੀ। ਹੁਣ 2 ਬੱਚੇ ਮਨ ਦੇ ਵਿੱਚ ਸੋਚੂਗੇ ਸਾਨੂੰ ਹੀ ਮੈਡਮ ਨੇ ਕਿਉਂ ਡਾਂਟਿਆ। ਉਹ ਚੀਜ਼ ਸੋਚਦੇ ਉਹਨਾਂ ਦੇ ਵਿੱਚ ਨੈਗੇਟਿਵ ਸੋਚ ਆ ਗਈ। ਉਹ ਨੈਗੇਟਿਵ ਸੋਚ ਕਰਕੇ ਹੀ ਉਦਾਸ ਹੋ ਜਾਊਗੇ, ਦਿਲ ਨਹੀਂ ਕਰੂਗਾ ਕੁਝ ਕਰਨ ਨੂੰ, ਕੰਸੈਂਟਰੇਸ਼ਨ ਲੈਵਲ ਲੋ ਹੋ ਜਾਏਗਾ, ਹੋਰ ਉਹ ਪੇਸ਼ੈਂਟ ਡਿਪਰੈਸ਼ਨ 'ਚ ਜਾਣ ਲੱਗ ਪਊਗੇ। ਜੀ ਜੀ, ਉਹ ਇਹਨੂੰ ਹੀ ਕੱਢਣਾ, ਆਪਾਂ ਇਹਨੂੰ ਕੱਢਣਾ। ਸੋ ਹੁਣ ਟ੍ਰੀਟਮੈਂਟ ਦੀ ਅਗਰ ਗੱਲ ਕਰੀਏ, ਟ੍ਰੀਟਮੈਂਟ ਦਾ ਇੱਕ ਪਾਰਟ ਜਿਹੜਾ ਕਿ ਕਾਉਂਸਲਿੰਗ ਹੈ, ਉਸ ਦੇ ਬਾਰੇ ਤੁਸੀਂ ਦੱਸਿਆ ਵੀ ਔਰ ਕਾਉਂਸਲ ਵੀ ਕੀਤਾ। ਆਈ ਹੋਪ ਕਿ ਬੜੇ ਸਾਰੇ ਦਰਸ਼ਕਾਂ ਨੂੰ ਇਸ ਤੋਂ ਪੋਜ਼ਿਟਿਵਿਟੀ ਵੀ ਮਿਲੀ ਹੋਏਗੀ। ਸੋ ਅਗਰ ਮੈਡੀਕਲੀ ਟ੍ਰੀਟਮੈਂਟ ਦੀ ਗੱਲ ਕਰੀਏ, ਸੋ ਕੀ ਆਯੁਰਵੇਦ ਦੇ ਵਿੱਚ ਦਵਾਈਆਂ ਹੁੰਦੀਆਂ ਨੇ, ਤੇ ਖਾਸ ਤੌਰ ਦੇ ਉੱਤੇ ਜਿਹੜੇ ਡਿਪਰੈਸ਼ਨ ਦੇ ਲੋਕਾਂ ਦੇ ਟ੍ਰੀਟਮੈਂਟ ਹੁੰਦੇ ਨੇ, ਜੇ ਅਸੀਂ ਹੋਰ ਚੀਜ਼ਾਂ ਦੀ ਤਾਂ ਨਹੀਂ ਗੱਲ ਕਰਾਂਗੇ, ਪਰ ਇੱਦਾਂ ਸੁਣਿਆ ਮੈਂ ਕਿ ਉਹਦੇ ਨਾਲ ਕਈ ਵਾਰ ਉਹਨਾਂ ਨੂੰ ਨੁਕਸਾਨ ਵੀ ਹੁੰਦੇ ਨੇ। ਸੋ ਆਯੁਰਵੇਦ ਦੇ ਨਾਲ ਤਾਂ ਕੋਈ ਨੁਕਸਾਨ ਨਹੀਂ ਹੈ, ਤੇ ਉਹ ਟ੍ਰੀਟਮੈਂਟ ਕਿਵੇਂ ਹੈ? ਦੇਖੋ, ਜਿਹੜੀਆਂ ਸਭ ਤੋਂ ਪਹਿਲਾਂ ਕਾਉਂਸਲਿੰਗ ਪਾਰਟ ਆ ਗਿਆ ਮੈਡੀਕਲ ਦਾ, ਉਸ ਤੋਂ ਬਾਅਦ ਆ ਗਿਆ ਐਂਟੀ ਡਿਪਰੈਸ਼ਨ ਮੈਡੀਸਿਨਸ। ਲੰਬਾ ਟਾਈਮ ਨਹੀਂ ਲੈ ਸਕਦੇ ਕਿਉਂਕਿ ਉਹਦੇ ਚ ਸੀਡੇਟਿਵਸ ਵੀ ਹੁੰਦੇ ਆ, ਨੀਂਦ ਦੀਆਂ ਗੋਲੀਆਂ ਜਿਹਨੂੰ ਕਿ ਆਪਾਂ ਕਹਿ ਦਿੰਦੇ ਆ ਪੰਜਾਬੀ ਲੈਂਗੁਏਜ ਚ ਕਿ ਉੱਠਦਾ ਹੀ ਨਹੀਂ ਪੇਸ਼ੈਂਟ, ਇੱਕ ਵਾਰੀ ਗੋਲੀ ਖਾ ਕੇ ਉੱਠਦਾ ਹੀ ਨਹੀਂ। ਪਰ ਕਈ ਟਾਈਮ ਤੇ ਕਿਸੇ ਪੁਆਇੰਟ ਤੇ ਐਂਟੀ ਡਿਪਰੈਸ਼ਨ ਬਹੁਤ ਜ਼ਿਆਦਾ ਲੋਡ ਹੁੰਦੀ ਆ, ਜਦੋਂ ਕਿ ਕੈਮੀਕਲਸ ਲੈਵਲ ਬਹੁਤ ਜ਼ਿਆਦਾ ਅਪ ਡਾਊਨ ਹੋ ਚੁੱਕਾ ਆ, ਉਹਨੂੰ ਬੈਲੈਂਸ ਕਰਨ ਲਈ ਰੈਸਟ ਜ਼ਰੂਰੀ ਹੈ, ਬੈਲੈਂਸ ਕਰਨ ਲਈ ਉਹ ਥੋੜੇ ਟਾਈਮ ਲਈ ਆਪਾਂ ਦਿੰਨੇ ਆ, ਜੇ ਲੋਡ ਪਵੇ ਤਾਂ ਦਿਓ। ਉਸ ਤੋਂ ਬਾਅਦ ਆਯੁਰਵੇਦ ਦੇ ਵਿੱਚ ਸਭ ਤੋਂ ਪਹਿਲਾਂ ਸ਼ਿਰੋਧਾਰਾ ਆ ਗਈ ਕਿ ਸ਼ਿਰੋਧਾਰਾ ਪੇਸ਼ੈਂਟ ਲਗਾਤਾਰ 21 ਦਿਨ ਕਰਾਵੇ। ਠੀਕ ਹੈ ਜੀ। ਸ਼ਿਰੋਧਾਰਾ ਤੋਂ ਬਾਅਦ ਤੁਸੀਂ ਮੈਡੀਸਿਨ ਲਾਈਨ ਤੇ ਚਲ ਜਾਓ। ਆਯੁਰਵੇਦ ਦੇ ਵਿੱਚ ਇਹਦਾ ਬੜਾ ਅੱਛਾ ਰਿਜ਼ਲਟ ਆ। ਆਯੁਰਵੇਦ ਦੇ ਵਿੱਚ ਬ੍ਰਹਮੀ ਹੈਗੀ ਆ, ਸ਼ੰਖ ਪੁਸ਼ਪੀ ਹੈਗੀ ਆ, ਜਟਾਮਾਨਸੀ ਹੈਗੀ ਆ, ਤਗਰ ਹੈਗੇ ਆ, ਬੜੇ ਅੱਛੇ ਰਸਾਇਣ ਆ ਜਿਹੜੇ ਕਿ ਬੋਡੀ ਨੂੰ ਤਾਕਤ ਵੀ ਦਿੰਦੇ ਆ। ਠੀਕ ਹੈ, ਹੋਰ ਪੇਸ਼ੈਂਟ ਨੂੰ ਠੀਕ ਵੀ ਕਰਦੇ ਆ। ਉਹਨਾਂ ਦਾ ਸਹਾਰਾ ਲੈ ਕੇ ਆਪਾਂ ਪ੍ਰੋਪਰ ਪੇਸ਼ੈਂਟ ਨੂੰ ਠੀਕ ਕਰ ਸਕਦੇ ਆ। ਅੱਛਾ, ਉਹਨਾਂ ਦਾ ਸਹਾਰਾ ਲੈ ਕੇ ਪੇਸ਼ੈਂਟ ਨੂੰ ਠੀਕ ਕਰ ਸਕਦੇ ਆ। ਹੁਣ ਇੱਕ
ਬੱਚਾ ਆ, ਸਮਝੋ 8 10 11 ਸਾਲ ਦਾ ਬੱਚਾ ਆ, ਉਹਨੂੰ ਕੋਈ ਨਾ ਕੋਈ ਨਰਵਾਈਨ ਟੌਨਿਕ, ਕੋਈ ਸਿੰਪਲ ਸ਼ੰਖ ਪੁਸ਼ਪੀ ਮਾਰਕੀਟ ਦੇ ਵਿੱਚ ਈਜ਼ੀ ਮਿਲ ਜਾਂਦੀ ਆ, ਸਿਰਪ ਮਿਲ ਜਾਂਦਾ ਬੱਚਿਆਂ ਵਾਲਾ, ਉਹ ਦੇਣਾ ਸਟਾਰਟ ਕਰ ਦਿਓ, ਤਾਂ ਕਿ ਜੇ ਬੱਚੇ ਦਾ ਕਲਾਸਰੂਮ ਦੇ ਵਿੱਚ ਕੰਸੈਂਟਰੇਸ਼ਨ ਲੈਵਲ ਲੋ ਆ, ਉਹ ਕੰਸੈਂਟਰੇਸ਼ਨ ਲੈਵਲ ਠੀਕ ਹੋ ਜਾਏਗਾ। ਤੇ ਜਦੋਂ ਬੱਚਾ ਆਪਣੇ ਆਪ 'ਚ ਪੋਜ਼ਿਟਿਵ ਹੋ ਜਾਏਗਾ ਤੇ ਪੇਸ਼ੈਂਟ ਨੂੰ ਡਿਪਰੈਸ਼ਨ ਹੋਏਗਾ ਹੀ ਨਹੀਂ। ਉਸ ਤੋਂ ਬਾਅਦ ਤੁਸੀਂ ਜਿੱਦਾਂ ਤੁਹਾਡੀ ਸਟੇਜ ਆਈ ਜਾਏਗੀ, ਉਸ ਹਿਸਾਬ ਦੇ ਨਾਲ ਅਸੀਂ ਪੇਸ਼ੈਂਟ ਦੀ ਮੈਡੀਸਨ ਦੀ ਡੋਜ਼ ਸੈੱਟ ਕਰਾਂਗੇ, ਠੀਕ ਹੈ, ਔਰ ਉਸ ਹਿਸਾਬ ਨਾਲ ਮੈਡੀਟੇਸ਼ਨ ਦੀ ਡੋਜ਼ ਘੱਟ ਕਰਾਂਗੇ ਜੀ, ਤਾਂ ਕਿ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਾ ਹੋਵੇ, ਹੋਰ ਪੇਸ਼ੈਂਟ ਡਿਪਰੈਸ਼ਨ ਚੋਂ ਵੀ ਬਾਹਰ ਨਿਕਲ ਆਵੇ। ਰਾਈਟ। ਸੋ ਇਸ ਦੀ ਰਿਕਵਰੀ ਦਾ ਟਾਈਮ ਕੀ ਲੱਗਦਾ ਹੈ ਕਿ ਇਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ ਹੈ, ਜਾਂ ਫਿਰ ਦੂਸਰੀ ਚੀਜ਼ ਇਹ ਹੈ ਕਿ ਕੀ ਪਹਿਚਾਣ ਕੀ ਹੋਣੀ ਸ਼ੁਰੂ ਹੁੰਦੀ ਹੈ ਕਿ ਕਿਵੇਂ ਲੱਗੇ ਪੇਸ਼ੈਂਟ ਨੂੰ ਕਿ ਹਾਂ ਉਹ ਰਿਕਵਰ ਹੋ ਰਿਹਾ? ਸਰ ਇਹਦੇ ਵਿੱਚ ਰਿਕਵਰੀ ਟਾਈਮ ਮੈਂ ਨਹੀਂ ਕਹਿ ਸਕਦਾ ਕਿ ਕੁਝ ਹੈਗਾ। ਪੇਸ਼ੈਂਟ ਰਿਕਵਰ 1 ਮਹੀਨੇ 'ਚ ਵੀ ਕਰ ਸਕਦਾ, ਪੇਸ਼ੈਂਟ 1 ਸਾਲ 'ਚ ਵੀ ਰਿਕਵਰ ਨਹੀਂ ਕਰ ਸਕਦਾ। ਅੱਛਾ, ਪੇਸ਼ੈਂਟ ਤੇ ਅੱਧਾ ਡਿਪੈਂਡ ਕਰਦਾ। ਹੁਣ ਅਸੀਂ ਪੇਸ਼ੈਂਟ ਨੂੰ ਕਹਿੰਦੇ ਆ ਕਿ ਸਾਡੇ ਕੋਲ ਮੈਡੀਸਨ ਲੈ ਕੇ ਜਾਓ, ਸਵੇਰੇ ਉੱਠੋ 6 ਵਜੇ ਇੱਕ ਆਪਣਾ ਟਾਈਮ ਸੈੱਟ ਕਰੋ, ਗ੍ਰੀਨਰੀ 'ਚ ਜਾਓ। ਹੁਣ ਪੇਸ਼ੈਂਟ ਪਹਿਲਾਂ ਤਾਂ ਚਲੋ ਥੋੜਾ ਵੀਕ ਆ, ਉਹਨੂੰ ਮੈਡੀਸਨ ਦੇ ਨਾਲ ਅਸੀਂ ਸਹੀ ਕਰ ਰਹੇ ਹਾਂ, ਬਟ ਜਦੋਂ ਪੇਸ਼ੈਂਟ ਦੀ ਇੱਕ ਤਾਂ ਫੈਮਿਲੀ ਸਪੋਰਟ ਕਰੇ, ਉਹਨੂੰ ਥੋੜਾ ਉਠਾਵੇ, ਨਾਲ ਲੈ ਕੇ ਜਾਵੇ, ਠੀਕ ਹੈ, ਤਾਂ ਪੇਸ਼ੈਂਟ ਜਲਦੀ ਰਿਕਵਰ ਕਰ ਜਾਏਗਾ। ਫੈਮਿਲੀ ਸਪੋਰਟ ਬੜੀ ਅੱਛੀ ਜ਼ਰੂਰੀ ਹੈ। ਸੈਕਿੰਡ ਪਾਰਟ ਕੀ ਆ ਕਿ ਮੈਡੀਸਨ ਪਹਿਲਾਂ ਤਾਂ ਪੇਸ਼ੈਂਟ ਆਪ ਸਕਿਪ ਕਰ ਜਾਂਦਾ ਸਟਾਰਟ ਦੇ ਵਿੱਚ, ਜਦੋਂ ਸਟਾਰਟਿੰਗ ਸਟੇਜ ਆ। ਸੈਕਿੰਡ ਜਦੋਂ ਥੋੜੀ ਰਿਕਵਰੀ ਹੋ ਗਈ ਆ ਸਮਝੋ ਪੇਸ਼ੈਂਟ ਦੀ, ਉਹ ਤੋਂ ਬਾਅਦ ਪ੍ਰੋਪਰ ਵੇ ਨਾਲ ਮੈਡੀਸਨ ਲਵੇ, ਪ੍ਰੋਪਰ ਵੇ ਨਾਲ ਡਾਈਟ ਲਵੇ, ਜਿਹੜੀਆਂ ਚੀਜ਼ਾਂ ਨੈਗੇਟਿਵ ਸੋਚ ਵਾਲੀਆਂ ਲੱਗਦੀਆਂ ਉਹਨਾਂ ਨੂੰ ਇਗਨੋਰ ਕਰੇ, ਜੋ ਉਹਦੀ ਹੌਬੀਜ਼ ਸੀ ਪਹਿਲਾਂ ਉਹਨਾਂ 'ਚ ਜਾਵੇ, ਜੋ ਉਹਦਾ ਪਹਿਲਾਂ ਫਰੈਂਡ ਸਰਕਲ ਸੀ ਜਿਹੜਾ ਉਹ ਛੱਡ ਚੁੱਕਾ ਉਹਨਾਂ 'ਚ ਵਿਚਰੇ, ਵਿਚਰੇ, ਤੇ ਆਟੋਮੈਟਿਕਲੀ ਤੁਸੀਂ ਡਿਪਰੈਸ਼ਨ 'ਚੋਂ ਬਾਹਰ ਆ ਸਕਦੇ ਹੋ। ਰਾਈਟ। ਔਰ ਲਾਈਫਸਟਾਈਲ ਚੇਂਜਸ ਦੀ ਅਗਰ ਗੱਲ ਕਰੀਏ, ਸੋ ਮੈਡੀਕੇਸ਼ਨ ਦੇ ਨਾਲ ਕੀ ਕੋਈ ਲਾਈਫਸਟਾਈਲ ਚੇਂਜਸ ਦੇ ਵਿੱਚ ਖਾਸ ਇੰਸਟਰਕਸ਼ਨ ਹੁੰਦੀ ਆ ਤੁਹਾਡੀ, ਜਾਂ ਖਾਣ ਪੀਣ ਦੇ ਵਿੱਚ ਕੁਝ ਖਾਸ ਇੰਸਟਰਕਸ਼ਨ? ਸਭ ਤੋਂ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਜੇ ਆਪਾਂ ਲਾਈਫਸਟਾਈਲ ਦੀ ਗੱਲ ਕਰੀਏ ਕਿ ਤੁਸੀਂ ਸਿੰਪਲ ਐਕਸਰਸਾਈਜ਼ ਕਰੋ ਜੀ, ਡੇਲੀ 30 ਮਿੰਟਸ ਵਾਕ ਮਸਟ ਆ। ਖਾਣ ਪੀਣ ਦੇ ਵਿੱਚ ਗ੍ਰੀਨ ਵੈਜੀਟੇਬਲਸ, ਫਰੂਟਸ ਬਸ ਖਾਓ। ਨਕਾਰਾਤਮਕ ਚੀਜ਼ਾਂ ਜਿਹਨੂੰ ਕਹਿ ਦਈਏ ਤਾਮਸਿਕ ਆਹਾਰ ਵਿਹਾਰ, ਉਹ ਬੰਦ ਕਰ ਦਿਓ, ਨੌਨ ਵੈਜ ਚੀਜ਼ਾਂ ਉਹ ਬੰਦ ਕਰ ਦਿਓ, ਡਰਿੰਕ ਬੰਦ ਕਰ ਦਿਓ, ਕਿਸੇ ਚੀਜ਼ ਦਾ ਡਰੱਗਸ ਯੂਜ਼ ਕਰਦੇ ਪਏ ਹੋ ਉਹ ਬੰਦ ਕਰ ਦਿਓ। ਜਿੰਨੀਆਂ ਬੋਡੀ ਦੇ ਵਿੱਚ ਨੈਗੇਟਿਵ ਸੋਚ ਵਾਲੀਆਂ ਚੀਜ਼ਾਂ ਆ, ਜਿਹੜੀਆਂ ਜਾਨ ਦੇ ਨਾਲ ਨੈਗੇਟਿਵਿਟੀ ਆਉਂਦੀ ਆ, ਉਹ ਬਿਲਕੁਲ ਬੰਦ ਕਰ ਦਿਓ। ਕੋਈ ਤੁਸੀਂ ਸਿੰਪਲ ਭੰਗ ਦਾ ਨਸ਼ਾ ਲੈ ਰਹੇ ਹੋ, ਉਹ ਬੰਦ ਕਰ ਦਿਓ। ਜਿੰਨੇ ਡਰੱਗਸ ਤੁਸੀਂ ਲਓਗੇ ਉਹ ਤੁਹਾਡੇ ਕੈਮੀਕਲਸ ਦਾ ਇੰਬੈਲੈਂਸ ਹੀ ਕਰੋਗੇ ਬੋਡੀ ਦੇ ਵਿੱਚ। ਬੇਸਿਕਲੀ ਜੋ ਮਾਈਂਡ ਦੇ ਕੈਮੀਕਲਸ ਨੇ ਤੁਹਾਡੇ ਉਹ ਇੰਬੈਲੈਂਸ ਹੋਣਗੇ, ਉਹਨੂੰ ਕੁਇਟ ਕਰਨਾ ਪਏਗਾ। ਰਾਈਟ, ਉਹਨੂੰ ਕੁਇਟ ਕਰੋਗੇ ਤਾਂ ਤੁਸੀਂ ਹੌਲੀ ਹੌਲੀ ਡਿਪਰੈਸ਼ਨ ਤੋਂ ਬਾਹਰ ਆ ਸਕਦੇ ਹੋ। ਡਾਕਟਰ ਸਾਹਿਬ, ਕਿਹੜੀ ਐਸੀ ਸਟੇਜ ਤੇ ਜਾਂ ਕਿਹੜੀ ਐਸੀ ਨਿਸ਼ਾਨੀ ਦੇ ਉੱਤੇ ਤੁਹਾਡੇ ਨਾਲ ਸੰਪਰਕ ਕਰੇ ਕੋਈ ਕਿ ਹਾਂ ਮੈਨੂੰ ਇੱਥੇ ਇਹ ਦਿੱਕਤ ਮਹਿਸੂਸ ਹੋ ਰਹੀ ਹੈ? ਮੈਂ ਪਹਿਲੇ ਹੀ ਇਹਦੇ ਪੁਆਇੰਟਸ ਦੱਸਿਆ ਕਿ ਤੁਹਾਡਾ ਮਨ ਉਦਾਸ ਰਹਿੰਦਾ ਆ, ਤੁਹਾਡੀ ਕੰਸੈਂਟਰੇਸ਼ਨ ਲੋ ਹੁੰਦੀ ਪਈ ਆ, ਬੋਡੀ 'ਚ ਵੀਕਨੈਸ ਲੱਗਦੀ ਪਈ ਆ, ਤੁਹਾਡੇ ਵਿੱਚ ਨੈਗੇਟਿਵ ਥਾਟਸ ਆ ਰਹੇ ਆ। ਇਹ ਸਾਰੀਆਂ ਚੀਜ਼ਾਂ ਜਦੋਂ ਤੁਹਾਡਾ ਦਿਲ ਜਦੋਂ ਤੁਹਾਨੂੰ ਪ੍ਰੋਬਲਮਸ ਆਉਂਦੀ ਪਈ ਆ, ਤੁਹਾਨੂੰ ਡਰ ਲੱਗਦਾ ਆ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਬਾਰ-ਬਾਰ ਜਿਹੜੀਆਂ ਚੀਜ਼ਾਂ ਰੱਖ ਕੇ ਕਿਤੇ ਭੁੱਲ ਜਾਂਦੇ ਆ, ਠੀਕ ਆ, ਇਹ ਸਾਰੀਆਂ ਚੀਜ਼ਾਂ ਜਦੋਂ ਤੁਹਾਡੇ ਆਉਣ ਲੱਗ ਪਣ ਤੇ ਤੁਸੀਂ ਮੈਨੂੰ ਫੋਨ ਤੇ ਕੰਟੈਕਟ ਕਰ ਸਕਦੇ ਆ। ਨੰਬਰ ਡਿਸਪਲੇ ਦਿੱਤਾ ਹੋਇਆ, ਤੁਸੀਂ ਉੱਤੇ ਕਾਲ ਕਰ ਸਕਦੇ ਹੋ, WhatsApp ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਮੈਨੂੰ ਆ ਕੇ ਕਲੀਨਿਕ ਤੇ ਮਿਲ ਸਕਦੇ ਹੋ। ਅੱਛਾ, ਜਿਹੜੇ ਲੋਕੀ ਸਾਡੇ ਵਿਦੇਸ਼ ਤੋਂ ਦੇਖ ਰਹੇ ਨੇ, ਕਿ ਅਗਰ ਉਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈਗੀ ਹੈ, ਕੀ ਉੱਥੇ ਬੈਠੇ ਉਹਨਾਂ ਦਾ ਇਲਾਜ ਪੋਸੀਬਲ ਹੈ? ਮੈਂ ਕਹਿੰਦਾ ਜਿਹੜੀਆਂ ਵਿਦੇਸ਼ ਦੇ ਵਿੱਚ ਬੈਠੇ ਹੋਏ ਆ, ਤੁਸੀਂ ਥੋੜੀ ਦੇਰ ਪਹਿਲਾਂ ਮੈਂ ਇੱਕ ਨਿਊਜ਼, ਮੈਂ ਕੰਟਰੀ ਦਾ ਨੇਮ ਭੁੱਲ ਗਿਆ, ਉਹਨਾਂ ਨੇ ਆਪਣੇ ਜਿੰਨੇ EMPLOYEE ਸੀ ਸਾਰਿਆਂ ਨੂੰ ਕਿਹਾ ਛੁੱਟੀ ਤੇ ਜਾਓ, ਤੁਹਾਨੂੰ 1 ਸਾਲ ਦੀ ਪੇ ਅਸੀਂ ਦਵਾਂਗੇ, ਤੁਸੀਂ ਡਿਪਰੈਸ਼ਨ ਤੋਂ ਦੂਰ ਹੋ ਜਾਓ। ਕਿਉਂ ਦਿੱਤੀ? ਕੋਵਿਡ ਦਾ ਟਾਈਮ ਸੀ, ਬਹੁਤ ਜ਼ਿਆਦਾ ਸਟ੍ਰੈਸ 'ਚ ਰਹੀ ਦੁਨੀਆ, ਇੱਕ ਬੰਦ ਪਿੰਜਰੇ 'ਚ ਰਹਿ ਗਏ, ਪੰਛੀ ਆਜ਼ਾਦ ਹੋ ਗਏ, ਅਸੀਂ ਬੰਦ ਪਿੰਜਰੇ 'ਚ ਚਲੇ ਗਏ। ਹੁਣ ਉਹ ਚੀਜ਼ਾਂ ਤੋਂ ਦੂਰ ਕਰਨ ਲਈ ਫੋਰਨ ਦੀ ਕੰਟਰੀਜ਼ ਦੇ ਵਿੱਚ ਮੈਂ ਇੱਕ ਗੱਲ ਦੇਖੀ ਕਿ ਉੱਥੇ ਦੀਆਂ ਕੰਟਰੀਜ਼ ਨੂੰ ਕਹਿ ਦਿਓ ਕਿ ਤੁਸੀਂ ਡਿਪਰੈਸ਼ਨ 'ਚੋਂ ਕਿ ਮੈਨੂੰ ਆਹ ਪ੍ਰੋਬਲਮ ਆ, ਉਹ ਸਭ ਤੋਂ ਜ਼ਿਆਦਾ ਡਿਪਰੈਸ਼ਨ ਨੂੰ ਬਿਮਾਰੀ ਮੰਨਦੇ ਆ। ਹਾਂ, ਉਹਨੂੰ ਤਰਜੀਹ ਦਿੰਦੇ ਆ ਕਿ ਹਾਂ ਇਹ ਪ੍ਰੋਬਲਮ ਹੈ, ਕਿ ਕਹਿੰਦੇ ਕੋਈ ਨਹੀਂ ਤੈਨੂੰ ਪੇ ਅਸੀਂ ਦਵਾਂਗੇ, ਤੈਨੂੰ ਖਰਚਾ ਅਸੀਂ ਦਵਾਂਗੇ, ਤੂੰ ਆਪਣੀ ਲਾਈਫ ਇੰਜੋਏ ਕਰ। ਉਹ ਕਹਿੰਦੇ ਕਿ ਜੇ ਸਾਡੀ ਕੰਟਰੀ ਦਾ ਇੱਕ ਬੰਦਾ ਵੀ ਡਿਪਰੈਸ਼ਨ ਚਲਾ ਗਿਆ, ਇਹਦਾ ਮਤਲਬ ਉਹਨੂੰ ਕੱਲ ਕੋਈ ਨਾ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ। ਹੋਰ ਇੰਡੀਆ ਦੇ ਵਿੱਚ ਕੀ ਆ, ਡਿਪਰੈਸ਼ਨ ਦੇ ਵਿੱਚ ਆਪਣੀ ਰਿਸ਼ਤੇਦਾਰੀ ਕਹਿਣ ਲੱਗ ਪੈਂਦੇ ਇਹ ਤਾਂ ਪਾਗਲ ਹੋਇਆ। ਹਾਂ, ਮੈਂ ਸ਼ੁਰੂ ਦੇ ਵਿੱਚ ਹੀ ਉਹ ਗੱਲ ਕੀਤੀ ਸੀ। ਬਿਲਕੁਲ। ਹੁਣ ਜੇਕਰ ਫੋਰਨ ਦੇ ਵਿੱਚ ਕਿਸੇ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਲੱਗਦੀ ਹੈ, ਉਹ ਮੇਰੇ ਨਾਲ ਵੀਡੀਓ ਕਾਲ ਤੇ ਜਾਂ WhatsApp ਤੇ ਕਾਲਿੰਗ ਤੇ ਮੇਰੇ ਨਾਲ ਗੱਲ ਕਰੇ। ਜਿਹੜੇ ਉਹਨੂੰ ਸੈਸ਼ਨਸ ਚਾਹੀਦੇ ਹੋਊਗੇ ਕਾਉਂਸਲਿੰਗ ਦੇ, ਉਹ ਆਪਾਂ ਵੀਡੀਓ ਕਾਲ ਤੇ ਕਰ ਸਕਦੇ ਹਾਂ। ਜੇ ਮੈਡੀਸਨ ਚਾਹੀਦੀ, ਉਹ ਆਪਾਂ ਉਹਨੂੰ ਭੇਜ ਸਕਦੇ ਹਾਂ, ਤੇ ਇਸ ਚੀਜ਼ਾਂ ਦੇ ਨਾਲ ਉਹ ਡਿਪਰੈਸ਼ਨ ਤੋਂ ਦੂਰ ਹੋ ਸਕਦਾ।
ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਉਸ ਵਿਸ਼ੇ ਦੇ ਉੱਤੇ ਗੱਲ ਕੀਤੀ ਹੈ ਜਿਸ ਦੇ ਉੱਤੇ ਆਮ ਤੌਰ ਦੇ ਉੱਤੇ ਜਿਹੜੀ ਹੈ ਗੱਲਬਾਤ ਨਹੀਂ ਹੁੰਦੀ, ਪਰ ਇਹ ਬਹੁਤ ਵੱਡੀ ਸਮੱਸਿਆ ਹੈ। ਇਹਦੇ ਉੱਤੇ ਸਾਡਾ ਫਿਊਚਰ ਡਿਪੈਂਡ ਕਰਦਾ ਹੈ, ਕਿਉਂਕਿ ਜੇ ਸਾਡੀ ਅੱਜ ਦੀ ਜਨਰੇਸ਼ਨ ਅਗਰ ਉਹਨਾਂ ਦਾ ਉਹ ਡਿਪਰੈਸ਼ਨ 'ਚ ਜਾਣਗੇ ਜਾਂ ਉਹਨਾਂ ਦੇ ਥਾਟ ਪ੍ਰੋਸੈਸ ਗਲਤ ਹੁੰਦੇ ਜਾਣਗੇ ਤਾਂ ਆਉਣ ਵਾਲੇ ਟਾਈਮ ਦੇ ਉੱਤੇ ਅਸੀਂ ਆਪਣੀ ਪੂਰੀ ਕੰਟਰੀ ਦੇ ਉੱਤੇ ਆਲੇ ਦੁਆਲੇ ਦੇ ਉੱਤੇ ਉਸ ਦਾ ਪ੍ਰਭਾਵ ਦੇਖਾਂਗੇ। ਸੋ ਬਹੁਤ ਅੱਛਾ ਵਿਸ਼ਾ ਜਿਸ ਦੇ ਉੱਤੇ ਤੁਸੀਂ ਗੱਲ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਜੀ ਸੋ ਦਰਸ਼ਕਾਂ ਨੂੰ ਅਸੀਂ ਇਹੀ ਕਹਾਂਗੇ ਜੀ ਕਿ ਆਪਣੀ ਸਿਹਤ ਦਾ ਧਿਆਨ ਰੱਖੋ, ਸਿਰਫ ਸਰੀਰਕ ਨਹੀਂ ਮਾਨਸਿਕ ਸਿਹਤ ਦਾ ਵੀ ਧਿਆਨ ਰੱਖੋ ਤੇ ਉਹਦੇ ਨਾਲ ਨਾਲ ਆਪਣਿਆਂ ਦਾ ਵੀ ਧਿਆਨ ਰੱਖੋ। ਸਾਡਾ ਵੀ ਪ੍ਰੋਗਰਾਮ ਦੇਖਦੇ ਰਹੋ। ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ, ਕਿਸੇ ਹੋਰ ਟੌਪਿਕ ਤੇ ਗੱਲਬਾਤ ਕਰਾਂਗੇ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।